ਜਦੋਂ ਮੇਰੇ ਭਰਾ ਦਾ ਵਿਆਹ ਹੋਇਆ ਤਾਂ ਮਾਂ ਰਾਤ ਨੂੰ ਉੱਠ ਕੇ ਮੇਰੇ ਭਰਾ ਦੇ ਕਮਰੇ ਵਿੱਚ ਜਾਂਦੀ ਅਤੇ ਦਰਵਾਜ਼ੇ ਵਿਚਲੇ ਛੋਟੇ ਹਾਲ ਵਿੱਚੋਂ ਕਮਰੇ ਵਿੱਚ ਝਾਤੀ ਮਾਰਦੀ। ਫਿਰ ਉਹ ਕੰਨਾਂ ਨੂੰ ਹੱਥ ਲਾ ਕੇ ਵਾਪਸ ਆ ਜਾਂਦੀ। ਮੈਨੂੰ ਆਪਣੀ ਮਾਂ ਦੀ ਇਸ ਹਰਕਤ ਤੇ ਬਹੁਤ ਗੁੱਸਾ ਆਉਂਦਾ ਸੀ, ਕਿਉਂਕਿ ਕੋਈ ਆਪਣੀ ਮਾਂ ਨੂੰ ਅਤੇ ਪੁੱਤਰ ਦੇ ਕਮਰੇ ਵਿੱਚ ਝਾਤੀ ਮਾਰਦੀ ਹੈ ਕਿਆ? ਜਦੋਂ ਮੈਂ ਮੰਮੀ ਨੂੰ ਇਸ ਹਰਕਤ ਤੋਂ ਰੋਕਦੀ ਅਤੇ ਪੁੱਛਦੀ ਕਿ ਤੁਹਾਨੂੰ ਇਸ ਤਰ੍ਹਾਂ ਭਰਾ ਦੇ ਕਮਰੇ ਵਿੱਚ ਝਾਕਣ ਦੀ ਕੀ ਜ਼ਰੂਰਤ ਹੈ, ਫਿਰ ਮਾਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਅਤੇ ਉਹ ਆਪਣੇ ਕੰਮ ਦੇ ਹੱਥ ਜੋੜ ਕੇ ਕਹਿੰਦੀ, ਹੇ ਪਰਮਾਤਮਾ, ਮੇਰੇ ਪੁੱਤਰ ਨੂੰ ਮਾਫ ਕਰ ਦਿਓ, ਉਹ ਅਜਿਹਾ ਨਹੀਂ ਹੈ। ਫਿਰ ਉਹ ਮੈਨੂੰ ਕਹਿੰਦੀ ਹੈ ਕਿ ਦੇਖਣਾ, ਮੇਰੀ ਨੂੰਹ ਤੇ ਰੱਬ ਦਾ ਕਹਿਰ ਹੋਵੇਗਾ। ਮੈਂ ਮਾਂ ਦੀ ਗੱਲ ਸੁਣ ਕੇ ਕੰਬ ਜਾਂਦੀ ਤੇ ਪੁੱਛਦੀ, ਕੁਝ ਦੱਸੋ, ਕੀ ਗੱਲ ਹੈ? ਫਿਰ ਮਾਂ ਨੇ ਮੈਨੂੰ ਕੁਝ ਨਹੀਂ ਦੱਸਿਆ ਅਤੇ ਫਿਰ ਉਸ ਦਿਨ ਤੋਂ ਬਾਅਦ ਮੇਰੀ ਮਾਂ ਮੈਨੂੰ ਹਰ ਸਮੇਂ ਆਪਣੇ ਕੋਲ ਰੱਖਦੀ ਸੀ ਅਤੇ ਮੈਨੂੰ ਆਪਣੀ ਭਰਜਾਈ ਦੇ ਨੇੜੇ ਵੀ ਨਹੀਂ ਜਾਣ ਦਿੰਦੀ ਸੀ। ਫਿਰ ਪਤਾ ਨਹੀਂ ਕੀ ਹੋਇਆ ਕਿ ਮਾਂ ਦੀ ਤਬੀਅਤ ਅਚਾਨਕ ਬਹੁਤ ਖਰਾਬ ਹੋਣ ਲੱਗੀ। ਹੁਣ ਮਾਂ ਨੂੰ ਮੇਰੇ ਵਿਆਹ ਦੀ ਚਿੰਤਾ ਹੋਣ ਲੱਗੀ, ਪਰ ਸਮੇਂ ਨੇ ਉਸ ਨੂੰ ਸਮਾਂ ਨਹੀਂ ਦਿੱਤਾ ਅਤੇ ਉਹ ਮੈਨੂੰ ਇਕੱਲਾ ਛੱਡ ਗਈ। ਹਾਂ, ਮਰਨ ਤੋਂ ਪਹਿਲਾਂ ਉਸਨੇ ਇੱਕ ਚਿੱਠੀ ਛੱਡ ਦਿੱਤੀ ਸੀ ਕਿ ਤੁਸੀਂ ਆਪਣੀ ਭਾਬੀ ਤੋਂ ਦੂਰ ਰਹਿਣਾ ਅਤੇ ਰਾਤ ਨੂੰ ਆਪਣਾ ਕਮਰਾ ਬੰਦ ਕਰਕੇ ਅਤੇ ਤਾਲਾ ਲਾ ਕੇ ਸੌਣਾ ਅਤੇ ਆਪਣੀ ਭਰਜਾਈ ਨੂੰ ਕਮਰੇ ਅੰਦਰ ਬਿਲਕੁਲ ਵੀ ਨਾ ਆਉਣ ਦੇਣਾ। ਆਪਣੀ ਭਰਜਾਈ ਦੁਆਰਾ ਦਿੱਤਾ ਗਿਆ ਕੁਝ ਨਾ ਖਾਣਾ, ਆਪਣੇ ਹੱਥਾਂ ਦਾ ਪਕਾਇਆ ਹੋਇਆ ਭੋਜਨ ਹੀ ਖਾਣਾ ਅਤੇ ਆਪਣੀ ਭਾਬੀ ਦਾ ਪਕਾਇਆ ਹੋਇਆ ਭੋਜਨ ਵੀ ਨਾ ਖਾਣਾ। ਮੇਰੀ ਮਾਂ ਦੇ ਜਾਣ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਇਕੱਲੀ ਰਹਿ ਗਈ ਸੀ। ਮੈਂ ਅੰਦਰੋਂ ਪੂਰੀ ਤਰ੍ਹਾਂ ਟੁੱਟ ਗਈ ਸੀ, ਪਰ ਫਿਰ ਵੀ ਮੈਂ ਕਿਸੇ ਤਰ੍ਹਾਂ ਆਪਣੇ ਆਪ ਨੂੰ ਕਾਬੂ ਕਰ ਲਿਆ ਅਤੇ ਫਿਰ ਮੈਂ ਆਪਣੀ ਮਾਂ ਦੀ ਵਸੀਅਤ ਨੂੰ ਮੰਨਣ ਲੱਗ ਪਈ ਸੀ। ਮੈਂ ਰਾਤ ਨੂੰ ਆਪਣਾ ਕਮਰਾ ਬੰਦ ਕਰਕੇ ਹੀ ਸੌਂਦੀ ਸੀ। ਦਿਨ ਵੇਲੇ ਵੀ ਮੈਂ ਜ਼ਿਆਦਾਤਰ ਸਮਾਂ ਆਪਣੇ ਕਮਰੇ ਵਿੱਚ ਹੀ ਰਹਿੰਦੀ ਸੀ ਅਤੇ ਕਮਰੇ ਨੂੰ ਅੰਦਰੋਂ ਤਾਲਾ ਲਾ ਕੇ ਰੱਖਦੀ ਸੀ। ਪਰ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੇਰੀ ਮਾਂ ਨੇ ਇਹ ਸਭ ਕਿਉਂ ਕਿਹਾ ਸੀ। ਮਾਂ ਦੀ ਮੌਤ ਨੂੰ ਕੁਝ ਦਿਨ ਹੀ ਹੋਏ ਸਨ ਜਦੋਂ ਇੱਕ ਦਿਨ ਭਾਬੀ ਆਪਣੇ ਕਮਰੇ ਵਿੱਚ ਦਰਦ ਨਾਲ ਚੀਕਣ ਲੱਗੀ। ਮੈਂ ਅਚਾਨਕ ਦਰਵਾਜ਼ਾ ਖੋਲ ਕੇ ਭਾਬੀ ਦੇ ਕਮਰੇ ਵਿੱਚ ਚਲੀ ਗਈ, ਪਰ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਦੋਂ ਭਾਬੀ ਨੇ ਦਰਵਾਜ਼ਾ ਬੰਦ ਕਰਕੇ ਮੈਨੂੰ। ਮੇਰਾ ਨਾਮ ਦੀਪਾ ਹੈ। ਮੈਂ ਦਿੱਲੀ ਦੀ ਰਹਿਣ ਵਾਲੀ ਹਾਂ। ਅਸੀਂ 2 ਭੈਣ ਭਰਾ ਸਾਂ। ਮੇਰੇ ਪਿਤਾ ਜੀ ਪੁਲਿਸ ਕਾਂਸਟੇਬਲ ਦੀ ਨੌਕਰੀ ਕਰਦੇ ਸਨ। ਕਿਹਾ ਜਾਂਦਾ ਹੈ ਕਿ ਪੁਲਿਸ ਵਾਲੇ ਚੰਗੇ ਨਹੀਂ ਹੁੰਦੇ, ਰਿਸ਼ਵਤ ਲੈਂਦੇ ਹਨ, ਪਰ ਇਹੋ ਜਿਹੀਆਂ ਗੱਲਾਂ ਕਹਿਣ ਵਾਲੇ ਇਹ ਕਿਉਂ ਨਹੀਂ ਸੋਚਦੇ ਕਿ ਅਜਿਹਾ ਮਹਿਕਮਾ ਹੈ ਜਿਸ ਵਿੱਚ ਭ੍ਰਿਸ਼ਟਾਚਾਰ ਨਹੀਂ ਹੈ ਅਤੇ ਸਾਰੇ ਲੋਕ ਇੱਕੋ ਜਿਹੇ ਨਹੀਂ ਹਨ। ਕੁਝ ਲੋਕਾਂ ਦੀਆਂ ਗਲਤੀਆਂ ਕਾਰਨ ਅਸੀਂ ਹਰ ਕਿਸੇ ਤੇ ਦੋਸ਼ ਲਾਉਣ ਲੱਗ ਜਾਂਦੇ ਹਾਂ। ਜਿੱਥੇ ਬੁਰੇ ਲੋਕ ਹੋਣਗੇ ਉੱਥੇ ਚੰਗੇ ਵੀ ਹੋਣਗੇ। ਮੇਰੇ ਪਿਤਾ ਜੀ ਵੀ ਚੰਗੇ ਲੋਕਾਂ ਵਿੱਚੋਂ ਇੱਕ ਸਨ। ਹਰ ਧੀ ਲਈ ਉਸਦਾ ਪਿਤਾ ਹੀਰੋ ਹੁੰਦਾ ਹੈ। ਮੇਰੇ ਪਿਤਾ ਜੀ ਵੀ ਮੇਰੇ ਲਈ ਹੀਰੋ ਸਨ। ਚੰਗਾ ਹੋਇਆ ਕਿ ਮੇਰੇ ਪਿਤਾ ਜੀ ਨੇ ਇੱਕ ਮਿਸਾਲ ਕਾਇਮ ਕੀਤੀ ਅਤੇ ਸਾਬਤ ਕਰ ਦਿੱਤਾ ਕਿ ਸਾਰੇ ਪੁਲਿਸ ਵਾਲੇ ਇੱਕੋ ਜਿਹੇ ਨਹੀਂ ਹੁੰਦੇ। ਮੇਰੀ ਮਾਂ ਦੱਸਦੀ ਸੀ ਕਿ ਜਦੋਂ ਉਸ ਦਾ ਵਿਆਹ ਹੋਇਆ ਤਾਂ ਉਸ ਦੀ ਉਮਰ 20 ਸਾਲ ਅਤੇ ਪਿਤਾ ਜੀ 24 ਸਾਲ ਦੇ ਸਨ। ਪਾਪਾ ਬੇਰੁਜ਼ਗਾਰ ਸਨ ਅਤੇ ਨੌਕਰੀ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਜਿੱਥੇ ਵੀ ਪਿਤਾ ਜੀ ਨੌਕਰੀ ਲਈ ਜਾਂਦੇ ਉਹ ਕਹਿੰਦੇ ਹਨ ਕਿ ਪਹਿਲਾਂ ਤੁਸੀਂ ਸਾਡਾ ਧਿਆਨ ਰੱਖੋ, ਫਿਰ ਅਸੀਂ ਵੀ ਤੁਹਾਡੇ ਲਈ ਕੁਝ ਸੋਚਦੇ ਹਾਂ। ਅਤੇ ਪਿਤਾ ਜੀ ਇਹ ਕਹਿ ਕੇ ਚਲੇ ਜਾਂਦੇ ਕਿ ਵਾਹਿਗੁਰੂ ਜੀ ਦੀ ਕਿਰਪਾ ਨਾਲ ਨਾ ਤਾਂ ਮੇਰੇ ਪਿਤਾ ਜੀ ਨੇ ਕਦੇ ਮੈਨੂੰ ਹਰਾਮ ਦਾ ਖਵਾਇਆ ਹੈ ਅਤੇ ਨਾ ਹੀ ਮੈਂ ਆਪਣੇ ਬੱਚਿਆਂ ਨੂੰ ਹਰਾਮ ਦਾ ਖਵਾਵਾਂਗਾ। ਇਸ ਲਈ ਤੁਸੀਂ ਆਪਣੀ ਨੌਕਰੀ ਆਪਣੇ ਕੋਲ ਰੱਖੋ। ਜੇ ਰੱਬ ਨੇ ਮੇਰੀ ਕਿਸਮਤ ਵਿੱਚ ਹੱਕ ਦਾ ਕਮਾਉਣਾ ਲਿਖਿਆ ਹੈ ਤਾਂ ਮੈਨੂੰ ਜ਼ਰੂਰ ਮਿਲੇਗਾ। ਫਿਰ ਇੰਟਰਵਿਊ ਲੈਣ ਵਾਲਾ ਹੱਸਣ ਲੱਗਾ ਅਤੇ ਪਾਪਾ ਨੂੰ ਕਹਿਣ ਲੱਗਾ ਕਿ ਇਸ ਯੁੱਗ ਵਿੱਚ ਹੱਕ ਦੀ ਕਮਾਈ ਕਰਨਾ ਕੋਈ ਆਸਾਨ ਕੰਮ ਨਹੀਂ ਹੈ। ਜਿੱਥੇ ਵੀ ਚਲੇ ਜਾਓ ਤੁਹਾਨੂੰ ਰਿਸ਼ਵਤ ਦਿੱਤੇ ਬਿਨਾਂ ਸਰਕਾਰੀ ਨੌਕਰੀ ਨਹੀਂ ਮਿਲ ਸਕਦੀ। ਪਾਪਾ ਨੇ ਕਿਹਾ, ਮੈਂ ਜੋ ਵੀ ਕੰਮ ਕਰਾਂਗਾ ਉਹ ਬਿਨਾਂ ਰਿਸ਼ਵਤ ਦਿੱਤੇ ਕਰਾਂਗਾ ਅਤੇ ਜੇਕਰ ਮੈਨੂੰ ਨੌਕਰੀ ਨਹੀਂ ਮਿਲੀ ਤਾਂ ਇਹ ਮੇਰੀ ਕਿਸਮਤ ਹੈ, ਪਰ ਮੈਂ ਤੁਹਾਡੇ ਜਿਹੇ ਲੋਕਾਂ ਦੀਆਂ ਜੇਬਾਂ ਭਰਨ ਲਈ 1 ਰੁਪਇਆ ਵੀ ਨਹੀਂ ਦੇਵਾਂਗਾ। ਇਹ ਕਹਿ ਕੇ ਪਾਪਾ ਘਰ ਆ ਗਏ। ਕੁਝ ਦਿਨ ਇਸੇ ਤਰ੍ਹਾਂ ਲੰਘ ਗਏ। ਫਿਰ ਇੱਕ ਦਿਨ ਮੇਰੀ ਮਾਂ ਨੇ ਕਿਹਾ, ਚਿੰਤਾ ਨਾ ਕਰੋ, ਰੱਬ ਭਲਾ ਹੀ ਕਰੇਗਾ। ਜੋ ਕਿਸਮਤ ਵਿੱਚ ਲਿਖਿਆ ਹੈ ਉਹ ਮਿਲ ਹੀ ਜਾਵੇਗਾ। ਪਾਪਾ ਨੇ ਕਿਹਾ, ਮੈਂ ਜਿੱਥੇ ਵੀ ਜਾਂਦਾ ਹਾਂ ਸਭ ਤੋਂ ਪਹਿਲਾਂ ਰਿਸ਼ਵਤ ਦੇ ਨਾਂ ਤੇ ਕੁਝ ਨਾ ਕੁਝ ਮੰਗਿਆ ਜਾਂਦਾ। ਬੰਦੇ ਦੀ ਕਾਬਲੀਅਤ ਵੀ ਨਹੀਂ ਦੇਖਦੇ, ਪਰ ਮੈਂ ਫੈਸਲਾ ਕੀਤਾ ਹੈ ਕਿ ਮੈਨੂੰ ਜੋ ਵੀ ਨੌਕਰੀ ਮਿਲੇਗੀ ਮੈਂ ਆਪਣੇ ਪਰਮਾਤਮਾ ਨੂੰ ਗਵਾਹ ਬਣਾ ਕੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਵਾਂਗਾ। ਅਤੇ ਜੋ ਲੋਕ ਮੈਨੂੰ ਇਹ ਕਹਿ ਕੇ ਦਫ਼ਤਰ ਤੋਂ ਬਾਹਰ ਕੱਢ ਦਿੰਦੇ ਹਨ
ਕਿ ਤੁਹਾਡੇ ਵਰਗਾ ਵਿਅਕਤੀ ਕਦੇ ਵੀ ਨੌਕਰੀ ਨਹੀਂ ਕਰ ਸਕਦਾ। ਉਹਨਾਂ ਨੂੰ ਦੱਸ ਦੇਵਾਂਗਾ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਅਜੇ ਵੀ ਅਜਿਹੇ ਲੋਕ ਹਨ ਜੋ ਰਿਸ਼ਵਤ ਲਏ ਬਿਨਾਂ ਨੌਕਰੀ ਕਰਦੇ ਹਨ। ਅਤੇ ਪਾਪਾ ਨੇ ਵੀ ਇਸੇ ਤਰ੍ਹਾਂ ਆਪਣੀ ਕੋਸ਼ਿਸ਼ ਜਾਰੀ ਰੱਖੀ ਸੀ। ਅਤੇ ਇੱਕ ਦਿਨ ਪਾਪਾ ਘਰ ਪਰਤ ਰਹੇ ਸਨ ਤਾਂ ਰਸਤੇ ਵਿੱਚ ਦੋ ਜਣੇ ਇੱਕ ਆਦਮੀ ਨੂੰ ਘੇਰ ਕੇ ਖੜੇ ਸਨ ਅਤੇ ਪੈਸੇ ਖੋਹ ਰਹੇ ਸਨ। ਹਰ ਕੋਈ ਉੱਥੋਂ ਲੰਘ ਰਿਹਾ ਸੀ ਪਰ ਕਿਸੇ ਨੇ ਉਸ ਆਦਮੀ ਦੀ ਮਦਦ ਨਹੀਂ ਕੀਤੀ। ਫਿਰ ਪਾਪਾ ਨੇ ਬੜੀ ਹੁਸ਼ਿਆਰੀ ਨਾਲ ਦੋਹਾਂ ਚੋਰਾਂ ਦੇ ਪਿੱਛੇ ਤੋਂ ਹਮਲਾ ਕੀਤਾ ਅਤੇ ਉਹਨਾਂ ਦੇ ਸਿਰ ਤੇ ਕਿਸੇ ਚੀਜ਼ ਨਾਲ ਹਮਲਾ ਕਰ ਦਿੱਤਾ। ਇਹ ਸਭ ਕੁਝ ਇੰਨਾ ਅਚਾਨਕ ਹੋਇਆ ਕਿ ਉਹ ਕੁਝ ਸਮਝ ਨਹੀਂ ਸਕੇ ਅਤੇ ਸਿਰ ਫੜ ਕੇ ਬੈਠ ਗਏ। ਫਿਰ ਉਹ ਆਦਮੀ ਜਿਸ ਨੂੰ ਲੁੱਟ ਰਹੇ ਸਨ ਉਸਨੇ ਫਟਾਫਟ ਆਪਣੀ ਕਾਰ ਵਿੱਚੋਂ ਆਪਣਾ ਮੋਬਾਈਲ ਚੁੱਕਿਆ ਅਤੇ ਪੁਲਿਸ ਨੂੰ ਫੋਨ ਕੀਤਾ। ਕੁਝ ਦੇਰ ਵਿੱਚ ਹੀ ਪੁਲਿਸ ਦੀ ਗੱਡੀ ਉੱਥੇ ਪਹੁੰਚ ਗਈ ਅਤੇ ਉਹਨਾਂ ਦੋਵਾਂ ਚੋਰਾਂ ਨੂੰ ਕਾਬੂ ਕਰ ਲਿਆ। ਫਿਰ ਉਸ ਆਦਮੀ ਨੇ ਪਾਪਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕਿੰਨੇ ਲੋਕ ਇੱਥੋਂ ਦੀ ਲੰਘ ਰਹੇ ਸਨ ਪਰ ਕਿਸੇ ਨੇ ਵੀ ਆਪਣੇ ਆਪ ਨੂੰ ਖਤਰੇ ਵਿੱਚ ਨਹੀਂ ਪਾਇਆ। ਪਰ ਤੁਸੀਂ ਮੇਰੀ ਮਦਦ ਕੀਤੀ। ਜਦੋਂ ਤੱਕ ਇਸ ਦੁਨੀਆ ਵਿੱਚ ਤੁਹਾਡੇ ਵਰਗੇ ਲੋਕ ਹਨ, ਪਰਮਾਤਮਾ ਦੀ ਕਿਰਪਾ ਨਾਲ ਕੋਈ ਵੀ ਕਿਸੇ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ। ਉਸ ਆਦਮੀ ਨੇ ਮੇਰੇ ਪਿਤਾ ਜੀ ਨੂੰ ਕਿਹਾ, ਆਓ ਮੈਂ ਤੁਹਾਨੂੰ ਤੁਹਾਡੇ ਘਰ ਛੱਡ ਦਿੰਦਾ ਹਾਂ। ਪਾਪਾ ਨੇ ਕਿਹਾ, ਮੈਂ ਤੁਹਾਡੀ ਮਦਦ ਕੀਤੀ ਹੈ, ਮੈਨੂੰ ਇਸ ਦਾ ਕੋਈ ਫਲ ਨਹੀਂ ਚਾਹੀਦਾ। ਉਸ ਆਦਮੀ ਨੇ ਕਿਹਾ ਕਿ ਤੁਸੀਂ ਸੱਚਮੁੱਚ ਇੱਕ ਬਹੁਤ ਚੰਗੇ ਇਨਸਾਨ ਹੋ, ਮੈਂ ਤੁਹਾਨੂੰ ਮਿਲ ਕੇ ਬਹੁਤ ਖੁਸ਼ ਹੋਇਆ। ਅਤੇ ਫਿਰ ਪਾਪਾ ਘਰ ਆ ਗਏ। ਕੁਝ ਦਿਨਾਂ ਬਾਅਦ ਪਿਤਾ ਜੀ ਨੂੰ ਦੁਬਾਰਾ ਫਿਰ ਇੰਟਰਵਿਊ ਲਈ ਬੁਲਾਇਆ ਗਿਆ ਅਤੇ ਜਦੋਂ ਪਿਤਾ ਜੀ ਦੀ ਵਾਰੀ ਆਈ ਤਾਂ ਉਹੀ ਆਦਮੀ ਪੁਲਿਸ ਦੀ ਵਰਦੀ ਪਾਈ ਕੁਰਸੀ ਤੇ ਬੈਠਾ ਸੀ। ਜਦੋਂ ਉਸਨੇ ਮੇਰੇ ਪਿਤਾ ਜੀ ਨੂੰ ਦੇਖਿਆ ਤਾਂ ਉਹ ਹੈਰਾਨ ਹੋ ਗਏ ਅਤੇ ਬੋਲੇ, ਵੇਖੋ ਇਸ ਨੂੰ ਕਿਸਮਤ ਕਹਿੰਦੇ ਹਨ। ਮੈਂ ਜਾਣਦਾ ਹਾਂ ਕਿ ਤੁਸੀਂ ਇਮਾਨਦਾਰ ਆਦਮੀ ਹੋ। ਜੇ ਮੈਂ ਤੁਹਾਨੂੰ ਇਹ ਨੌਕਰੀ ਦੇ ਦਿੰਦਾ ਹਾਂ ਤਾਂ ਤੁਸੀਂ ਸਮਝਣਾ ਕਿ ਮੈਂ ਤੁਹਾਡੇ ਦੁਆਰਾ ਕੀਤੇ ਉਪਕਾਰ ਦਾ ਭੁਗਤਾਨ ਕਰ ਰਿਹਾ ਹਾਂ। ਮੈਂ ਤੁਹਾਡੇ ਉਪਕਾਰ ਦੇ ਬਦਲੇ ਤੁਹਾਨੂੰ ਇਹ ਨੌਕਰੀ ਦਿੱਤੀ ਹੈ। ਪਾਪਾ ਨੇ ਕਿਹਾ ਕਿ ਨੇਕੀ ਫਲ ਪਾਉਣ ਲਈ ਨਹੀਂ ਕੀਤੀ ਜਾਂਦੀ, ਕਿਉਂਕਿ ਜੋ ਨੇਕੀ ਨੂੰ ਯਾਦ ਕਰਦੇ ਹਨ ਉਹਨਾਂ ਦੇ ਅੰਦਰ ਇੱਕ ਚੰਗੀ ਭਾਵਨਾ ਪੈਦਾ ਹੋਣ ਲੱਗਦੀ ਹੈ ਕਿ ਉਹ ਦੂਜਿਆਂ ਨੂੰ ਆਪਣਾ ਧੰਨਵਾਦੀ ਹੁੰਦਾ ਦੇਖਣਾ ਚਾਹੁੰਦੇ ਹਨ। ਜੇਕਰ ਮੈਂ ਇਸ ਨੌਕਰੀ ਦੇ ਯੋਗ ਹਾਂ ਤਾਂ ਠੀਕ ਹੈ, ਨਹੀਂ ਤਾਂ ਕਿਰਪਾ ਕਰਕੇ ਮੈਨੂੰ ਇਜਾਜ਼ਤ ਦਿਓ। ਹੁਣ ਪੁਲਿਸ ਵਾਲੇ ਨੇ ਕਿਹਾ, ਠੀਕ ਹੈ, ਜੇਕਰ ਤੁਸੀਂ ਯੋਗ ਹੋ ਤਾਂ ਵਿਭਾਗ ਤੁਹਾਨੂੰ ਫੋਨ ਕਰਕੇ ਦੱਸ ਦੇਵੇਗਾ। ਉਸ ਤੋਂ ਬਾਅਦ ਪਾਪਾ ਘਰ ਆਏ ਅਤੇ ਮਹੀਨੇ ਬਾਅਦ ਪਾਪਾ ਨੂੰ ਚਿੱਠੀ ਮਿਲੀ ਅਤੇ ਉਹਨਾਂ ਨੂੰ ਪੁਲਿਸ ਵਿੱਚ ਨੌਕਰੀ ਮਿਲ ਗਈ। ਜਿਸ ਦਿਨ ਪਿਤਾ ਜੀ ਨੇ ਜੁਆਇਨਿੰਗ ਦੇਣੀ ਸੀ ਉਸ ਦਿਨ ਉਹੀ ਪੁਲਿਸ ਵਾਲਾ ਜੋ ਆਪ ਵੀ ਬਹੁਤ ਵਧੀਆ ਪੋਸਟ ਤੇ ਸੀ, ਉਸ ਨੇ ਪਾਪਾ ਨੂੰ ਕਿਹਾ ਕਿ ਤੁਸੀਂ ਇਸ ਨੌਕਰੀ ਦੇ ਕਾਬਿਲ ਸੀ, ਇਸੇ ਲਈ ਅੱਜ ਇੱਥੇ ਹੋ। ਇਸ ਨੂੰ ਕਿਸੇ ਦਾ ਅਹਿਸਾਨ ਨਾ ਸਮਝੋ। ਮੇਰੇ ਪਿਤਾ ਜੀ ਉਸ ਦਿਨ ਬਹੁਤ ਖੁਸ਼ ਸਨ ਅਤੇ ਸਮਾਂ ਇਸ ਤਰ੍ਹਾਂ ਲੰਘਦਾ ਗਿਆ। ਜਦੋਂ ਮੇਰੇ ਭਰਾ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਤਾਂ ਉਸ ਨੂੰ ਵੀ ਇੱਕ ਬੈਂਕ ਵਿੱਚ ਨੌਕਰੀ ਮਿਲ ਗਈ ਅਤੇ ਸਾਡੀ ਸਾਰਿਆਂ ਦੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ। ਪਾਪਾ ਦੀ ਨੌਕਰੀ ਦਾ 1 ਸਾਲ ਰਹਿ ਗਿਆ ਸੀ। ਮੇਰੇ ਪਿਤਾ ਜੀ ਨੇ ਮੇਰਾ ਅਤੇ ਮੇਰੇ ਭਰਾ ਦਾ ਰਿਸ਼ਤਾ ਆਪਣੇ ਇੱਕ ਦੋਸਤ ਦੇ ਘਰ ਕਰ ਦਿੱਤਾ ਸੀ। ਸਿਰਫ ਵਿਆਹ ਹੀ ਕਰਨੇ ਬਾਕੀ ਸਨ। ਪਾਪਾ ਨੇ ਇੰਨੇ ਟਾਈਮ ਨੌਕਰੀ ਕਰਨ ਦੌਰਾਨ ਕੋਈ ਘਰ ਜਾਂ ਜਾਇਦਾਦ ਨਹੀਂ ਬਣਾਈ ਸੀ। ਪਿਤਾ ਜੀ ਕੋਲ ਜੋ ਮੋਟਰਸਾਈਕਲ ਸੀ ਉਹ ਹੀ ਨੌਕਰੀ ਤੋਂ ਪਹਿਲਾਂ ਹੀ ਸੀ। ਪਾਪਾ ਕਹਿੰਦੇ ਸਨ ਕਿ ਜਿੰਨੀ ਮੇਰੀ ਤਨਖਾਹ ਹੈ ਉਸ ਤੋਂ 2 ਵਕਤ ਦੀ ਰੋਟੀ ਮਿਲਦੀ ਰਹੇ ਉਹ ਹੀ ਕਾਫੀ ਹੈ। ਇੱਕ ਦਿਨ ਪਾਪਾ ਡਿਊਟੀ ਤੇ ਸਨ। ਉਹਨਾਂ ਨੇ ਹਾਈਵੇ ਤੇ ਨਾਕਾਬੰਦੀ ਕੀਤੀ ਹੋਈ ਸੀ ਜਦੋਂ ਉਹਨਾਂ ਦੇ ਸਾਹਮਣੇ ਕੁਝ ਲੋਕ ਜ਼ਬਰਦਸਤੀ ਕੁਝ ਔਰਤਾਂ ਅਤੇ ਬੱਚਿਆਂ ਨੂੰ ਅਗਵਾ ਕਰ ਰਹੇ ਸਨ ਅਤੇ ਕੁਝ ਪੁਲਿਸ ਕਰਮਚਾਰੀ ਵੀ ਉਹਨਾਂ ਦੇ ਨਾਲ ਮਿਲੇ ਹੋਏ ਸਨ। ਜਦੋਂ ਪਾਪਾ ਨੇ ਉਸ ਨੂੰ ਚੈਕਿੰਗ ਲਈ ਰੋਕਿਆ ਤਾਂ ਪਾਪਾ ਦੇ ਨਾਲ ਡਿਊਟੀ ਤੇ ਮੌਜੂਦ ਅਧਿਕਾਰੀ ਨੇ ਕਿਹਾ ਕਿ ਤੁਸੀਂ ਉਸ ਨੂੰ ਜਾਣਦੇ ਹੋ, ਇਹ ਲੋਕ ਮੇਰੇ ਜਾਣਕਾਰ ਹਨ। ਪਾਪਾ ਨੇ ਕਿਹਾ ਕਿ ਮੈਨੂੰ ਇਹ ਲੋਕ ਗਲਤ ਲੱਗਦੇ ਹਨ, ਇਸ ਲਈ ਇਹਨਾਂ ਦੀ ਜਾਂਚ ਕਰਨੀ ਜ਼ਰੂਰੀ ਹੈ। ਪਾਪਾ ਨੂੰ ਆਪਣੇ ਅਫਸਰ ਦੀਆਂ ਗੱਲਾਂ ਤੇ ਸ਼ੱਕ ਹੋ ਗਿਆ, ਇਸ ਲਈ ਉਸਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ। ਇੱਕ ਔਰਤ ਨੇ ਪਾਪਾ ਤੋਂ ਇਸ਼ਾਰੇ ਨਾਲ ਹੱਥ ਜੋੜ ਕੇ ਮਦਦ ਮੰਗੀ ਸੀ। ਪਾਪਾ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਰੇ ਗੱਡੀ ਵਿੱਚੋਂ ਬਾਹਰ ਆ ਜਾਓ, ਮੈਂ ਤੁਹਾਡੀ ਗੱਡੀ ਦੀ ਤਲਾਸ਼ੀ ਲੈਣੀ ਹੈ। ਉਹ ਅਗਵਾਕਾਰ ਨੇ ਪਿਤਾ ਜੀ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਕਿਰਪਾ ਕਰਕੇ ਸਾਨੂੰ ਜਾਣ ਦਿਓ, ਸਾਨੂੰ ਬਹੁਤ ਜਲਦੀ ਹੈ। ਪਾਪਾ ਨੇ ਕਿਹਾ, ਤੁਸੀਂ ਲੋਕ ਇਹਨਾਂ ਔਰਤਾਂ ਅਤੇ ਬੱਚਿਆਂ ਨੂੰ ਜਾਣ ਦਿਓ ਅਤੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿਓ, ਤੁਹਾਡੀ ਲਈ ਇਹੀ ਵਧੀਆ ਹੋਵੇਗਾ। ਅਤੇ ਫਿਰ ਦੂਰੋਂ ਇੱਕ ਹੋਰ ਪੁਲਿਸ ਦੀ ਗੱਡੀ ਆਉਂਦੀ ਦਿਖਾਈ ਦਿੱਤੀ, ਇਸ ਲਈ ਉਹ ਲੋਕ ਜ਼ਬਰਦਸਤੀ ਭੱਜਣ ਲੱਗੇ। ਜਦੋਂ ਪਾਪਾ ਨੇ ਇੱਕ ਆਦਮੀ ਨੂੰ ਫੜਿਆ ਤਾਂ ਉਸ ਆਦਮੀ ਦਾ ਸਾਥੀ ਉਸ ਨੂੰ ਉੱਥੋਂ ਛੱਡ ਕੇ ਭੱਜਣ ਲੱਗਾ। ਜਦੋਂ
ਪਾਪਾ ਨੇ ਭੱਜ ਰਹੇ ਵਿਅਕਤੀ ਤੇ ਗੋਲੀ ਚਲਾਈ ਤਾਂ ਉਸ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਪਾਪਾ ਨੇ ਜਿਸ ਵਿਅਕਤੀ ਨੂੰ ਫੜਿਆ ਹੋਇਆ ਸੀ ਉਸ ਆਦਮੀ ਨੇ ਬਹੁਤ ਜਲਦੀ ਪਾਪਾ ਦੀ ਪਿਸਤੌਲ ਕੱਢੀ ਅਤੇ ਪਾਪਾ ਤੇ ਗੋਲੀ ਚਲਾ ਦਿੱਤੀ। ਇਸ ਤੋਂ ਪਹਿਲਾਂ ਕਿ ਉਹ ਵਿਅਕਤੀ ਕਾਰ ਲੈ ਕੇ ਭੱਜ ਜਾਂਦਾ ਤਾਂ ਦੂਜੇ ਪਾਸੇ ਤੋਂ ਪੁਲਿਸ ਪਹੁੰਚ ਗਈ ਸੀ। ਉਹਨਾਂ ਨੇ ਭੱਜਣ ਵਾਲੇ ਅਗਵਾਕਾਰ ਨੂੰ ਫੜ ਲਿਆ। ਜਦੋਂ ਮੇਰੇ ਪਿਤਾ ਜੀ ਨੂੰ ਹਸਪਤਾਲ ਲੈ ਕੇ ਪਹੁੰਚੇ ਤਾਂ ਉਦੋਂ ਤੱਕ ਮੇਰੇ ਪਿਤਾ ਜੀ ਇਸ ਦੁਨੀਆ ਤੋਂ ਚਲੇ ਗਏ ਸਨ। ਪਰ ਜਾਂਦੇ ਸਮੇਂ ਵੀ ਪਿਤਾ ਜੀ ਨੇ ਬਿਆਨ ਦਿੱਤਾ ਸੀ ਕਿ ਮੇਰੇ ਨਾਲ ਡਿਊਟੀ ਤੇ ਤਾਇਨਾਤ ਅਧਿਕਾਰੀ ਵੀ ਅਗਵਾਕਾਰ ਨਾਲ ਮਿਲਿਆ ਹੋਇਆ ਹੈ ਅਤੇ ਫਿਰ ਪਿਤਾ ਜੀ ਨਾਲ ਡਿਊਟੀ ਤੇ ਤਾਇਨਾਤ ਪੁਲਿਸ ਅਧਿਕਾਰੀ ਨੂੰ ਵੀ ਰਿਆਸਤ ਵਿੱਚ ਲੈ ਲਿਆ ਗਿਆ ਹੈ। ਜਦੋਂ ਮਾਮਲੇ ਦੀ ਤਹਿ ਤੱਕ ਗਈ ਤਾਂ ਪਤਾ ਲੱਗਾ ਕਿ ਇਹ ਬੰਦਾ ਪਾਪਾ ਨਾਲ ਡਿਊਟੀ ਤੇ ਸੀ। ਉਹ ਖੁਦ ਅਗਵਾਕਾਰ ਨਾਲ ਮਿਲਿਆ ਹੋਇਆ ਸੀ। ਪਰ ਬਦਕਿਸਮਤੀ ਨਾਲ ਪਿਤਾ ਜੀ ਇਸ ਦੁਨੀਆ 'ਚ ਨਹੀਂ ਰਹੇ। ਮੇਰੇ ਪਿਤਾ ਜੀ ਸ਼ਹੀਦ ਹੋ ਗਏ ਸਨ। ਪਿਤਾ ਜੀ ਦੇ ਜਾਣ ਤੋਂ ਬਾਅਦ ਸਾਡੇ ਸਾਰਿਆਂ ਤੇ ਇੱਕ ਤਬਾਹੀ ਆ ਗਈ ਸੀ। ਮਾਂ ਨੇ ਬੜੀ ਮੁਸ਼ਕਲ ਨਾਲ ਸਾਨੂੰ ਭੈਣ ਭਰਾਵਾਂ ਨੂੰ ਸੰਭਾਲਿਆ। ਪਾਪਾ ਦੇ ਜਾਣ ਦਾ ਦੁੱਖ ਮੈਂ ਸਹਿਣ ਨਾ ਕਰ ਸਕੀ। ਮੈਂ ਬਿਮਾਰ ਮਹਿਸੂਸ ਕਰਨ ਲੱਗੀ। ਮੰਮੀ ਤੇ ਭਰਾ ਨੇ ਮੈਨੂੰ ਬਹੁਤ ਸਮਝਾਇਆ ਕਿ ਇਹ ਦੁਨੀਆਦਾਰੀ ਹੈ ਤੇ ਸਾਰਿਆਂ ਨੇ ਇੱਕ ਦਿਨ ਇੱਥੋਂ ਚਲੇ ਜਾਣਾ ਹੈ। ਤੁਸੀਂ ਆਪਣੇ ਆਪ ਨੂੰ ਸੰਭਾਲੋ। ਤੇਰੇ ਕਰਕੇ ਮੈਂ ਅਤੇ ਮਾਂ ਨੇ ਵੀ ਖਾਣਾ ਨਹੀਂ ਖਾਧਾ। ਥੋੜਾ ਜਿਹਾ ਖਾ ਲਓ, ਪਰ ਮੈਨੂੰ ਕੁਝ ਵੀ ਹੋਸ਼ ਨਹੀਂ ਸੀ। ਭਰਾ ਰੋਂਦਾ ਹੋਇਆ ਕਮਰੇ ਤੋਂ ਚਲਾ ਗਿਆ। ਮਾਂ ਨੇ ਕਿਹਾ, ਦੀਪਾ ਧੀ ਸਾਡੇ ਲਈ ਨਹੀਂ ਤਾਂ ਤੇਰੇ ਬਾਪੂ ਲਈ। ਸਮਝ ਲੈ ਤੇਰੇ ਬਾਪੂ ਦੀ ਆਤਮਾ ਨੂੰ ਕਿੰਨਾ ਦੁੱਖ ਹੋਇਆ ਹੋਵੇਗਾ। ਫਿਰ ਮੈਂ ਕਈ ਦਿਨਾਂ ਬਾਅਦ ਥੋੜਾ ਜਿਹਾ ਖਾਣਾ ਖਾਧਾ। 1 ਸਾਲ ਬੀਤ ਗਿਆ ਸੀ ਅਤੇ ਇੱਕ ਦਿਨ ਮੇਰੀ ਮਾਂ ਨੇ ਕਿਹਾ ਕਿ ਪਤਾ ਨਹੀਂ ਤੁਹਾਡੇ ਭਰਾ ਨੂੰ ਕਿਸੇ ਗੱਲ ਦੀ ਚਿੰਤਾ ਹੈ, ਇਸ ਲਈ ਤੁਸੀਂ ਉਸ ਨੂੰ ਪੁੱਛੋ। ਉਹ ਤੁਹਾਡੇ ਤੋਂ ਕੁਝ ਨਹੀਂ ਛੁਪਾਉਂਦਾ। ਜਦੋਂ ਭਰਾ ਘਰ ਆਇਆ ਤਾਂ ਉਹ ਸਿੱਧਾ ਕਮਰੇ ਵਿੱਚ ਚਲਾ ਗਿਆ। ਕੁਝ ਦੇਰ ਬਾਅਦ ਮਾਤਾ ਜੀ ਨੇ ਕਿਹਾ, ਜਾ ਕੇ ਆਪਣੇ ਭਰਾ ਨੂੰ ਪੁੱਛੋ ਕਿ ਉਸਨੇ ਖਾਣਾ ਖਾਧਾ ਹੈ ਜਾਂ ਨਹੀਂ। ਮੈਂ ਆਪਣੇ ਭਰਾ ਦੇ ਕਮਰੇ ਵਿੱਚ ਗਈ ਅਤੇ ਉਸ ਨੂੰ ਕਿਹਾ ਕਿ ਮੰਮੀ ਤੁਹਾਨੂੰ ਬੁਲਾ ਰਹੀ ਹੈ। ਭਰਾ ਨੇ ਕਿਹਾ, ਮੈਨੂੰ ਭੁੱਖ ਨਹੀਂ ਹੈ, ਤੁਸੀਂ ਖਾ ਲਓ। ਕਿਹਾ, ਭਰਾ ਕੀ ਗੱਲ ਹੈ, ਕੋਈ ਸਮੱਸਿਆ ਹੈ ਤਾਂ ਦੱਸ ਦਿਓ। ਭਰਾ ਨੇ ਕਿਹਾ, ਕੁਝ ਨਹੀਂ, ਮੈਂ ਥੱਕ ਗਿਆ ਹਾਂ, ਆਰਾਮ ਕਰਾਂਗਾ। ਅਤੇ ਉਸ ਦਿਨ ਪਹਿਲੀ ਵਾਰ ਭਰਾ ਨੇ ਮੇਰੇ ਨਾਲ ਝੂਠ ਬੋਲਿਆ ਸੀ। ਕੋਈ ਨਾ ਕੋਈ ਗੱਲ ਤਾਂ ਜ਼ਰੂਰ ਸੀ ਜੋ ਭਰਾ ਦੇ ਚਿਹਰੇ ਤੋਂ ਸਾਫ਼ ਦਿਖਾਈ ਦੇ ਰਹੀ ਸੀ, ਪਰ ਭਰਾ ਨੇ ਨਹੀਂ ਦੱਸਿਆ। ਮਾਤਾ ਜੀ ਦੀ ਤਬੀਅਤ ਵੀ ਕਾਫੀ ਖਰਾਬ ਹੋਣ ਲੱਗੀ ਸੀ। ਭਰਾ ਬਾਹਰ ਜਾ ਰਿਹਾ ਸੀ। ਮੈਂ ਕਿਹਾ, ਭਰਾ ਮੰਮੀ ਕੁਝ ਠੀਕ ਨਹੀਂ ਹੈ, ਕਿਰਪਾ ਕਰਕੇ ਮੰਮੀ ਨੂੰ ਡਾਕਟਰ ਨੂੰ ਦਿਖਾ ਦਿਓ। ਭਰਾ ਨੇ ਕਿਹਾ, ਮੈਨੂੰ ਪਹਿਲਾਂ ਹੀ ਦੇਰ ਹੋ ਗਈ ਹੈ, ਫਿਰ ਕਿਸੇ ਦਿਨ ਡਾਕਟਰ ਨੂੰ ਦਿਖਾ ਦੇਵਾਂਗਾ। ਉਦੋਂ ਤੱਕ ਮਾਂ ਨੂੰ ਕੋਈ ਦਰਦ ਦੀ ਦਵਾਈ ਦੇ ਦਿਓ। ਇਸ ਨੂੰ ਖਾਣ ਨਾਲ ਮਾਂ ਦੀ ਸਿਹਤ 'ਚ ਸੁਧਾਰ ਹੋ ਜਾਵੇਗਾ। ਭਰਾ ਦੇ ਜਾਣ ਤੋਂ ਬਾਅਦ ਮੈਂ ਹੈਰਾਨ ਹੋ ਗਈ ਸੀ। ਪਤਾ ਨਹੀਂ ਉਸ ਨੂੰ ਕੀ ਹੋ ਗਿਆ ਹੈ। ਭਰਾ ਪਹਿਲਾਂ ਇਸ ਤਰ੍ਹਾਂ ਦੀ ਗੱਲ ਨਹੀਂ ਕਰਦਾ ਸੀ। ਹੁਣ ਜਦੋਂ ਵੀ ਉਸ ਨਾਲ ਗੱਲ ਕਰਦੇ ਹਾਂ ਉਹ ਰੁੱਖੇ ਸ਼ਬਦਾਂ ਵਿੱਚ ਜਵਾਬ ਦਿੰਦਾ ਹੈ। ਇੱਕ ਦਿਨ ਭਰਾ ਨੇ ਕਿਸੇ ਪਾਰਟੀ ਵਿੱਚ ਜਾਣਾ ਸੀ। ਭਰਾ ਨੇ ਮੈਨੂੰ ਆਪਣੇ ਨਵੇਂ ਕੱਪੜੇ ਪ੍ਰੈਸ ਕਰਨ ਲਈ ਕਿਹਾ, ਪਰ ਮੈਨੂੰ ਯਾਦ ਨਹੀਂ ਰਿਹਾ। ਮੈਂ ਹੋਰ ਕੰਮ ਵਿੱਚ ਰੁੱਝੀ ਰਹੀ। ਜਦੋਂ ਭਰਾ ਘਰ ਆਇਆ ਤਾਂ ਕਹਿਣ ਲੱਗਾ, ਦੀਪਾ ਮੇਰੇ ਕੱਪੜੇ ਮੇਰੇ ਕਮਰੇ ਵਿੱਚ ਰੱਖ ਦਿਓ। ਤਾਂ ਮੈਂ ਅਜੇ ਰਸੋਈ ਵਿੱਚ ਹੀ ਸੀ। ਮੈਂ ਕੋਈ ਆਵਾਜ਼ ਨਹੀਂ ਸੁਣੀ ਅਤੇ ਜਦੋਂ ਭਰਾ ਨੇ ਬਾਹਰ ਆ ਕੇ ਦੇਖਿਆ ਤਾਂ ਉਸ ਦੇ ਕੱਪੜੇ ਨਹੀਂ ਸਨ। ਮੈਂ ਖਾਣਾ ਬਣਾ ਰਹੀ ਸੀ ਜਦੋਂ ਭਰਾ ਗੁੱਸੇ ਵਿੱਚ ਆ ਕੇ ਬੋਲੇ ਕਿ ਤੁਸੀਂ ਬੋਲੇ ਹੋ ਗਏ ਹੋ, ਆਵਾਜ਼ ਸੁਣਾਈ ਨਹੀਂ ਦਿੰਦੀ। ਮੈਂ ਇੰਨੇ ਸਮੇਂ ਤੋਂ ਆਵਾਜ਼ਾਂ ਮਾਰ ਰਿਹਾ ਹਾਂ, ਮੇਰੇ ਕੱਪੜੇ ਕਿੱਥੇ ਹਨ? ਮੈਂ ਕਿਹਾ, ਭਰਾ ਮੈਨੂੰ ਯਾਦ ਨਹੀਂ ਰਿਹਾ, ਮੈਂ ਪ੍ਰੈਸ ਕਰਨਾ ਭੁੱਲ ਗਈ ਹਾਂ। ਭਰਾ ਬੋਲਿਆ, ਬਾਕੀ ਸਭ ਕੁਝ ਯਾਦ ਹੈ। ਤੁਸੀਂ ਕੀ ਪਕਾਇਆ, ਕੀ ਖਾਧਾ? ਜੇਕਰ ਤੁਹਾਨੂੰ ਯਾਦ ਨਹੀਂ ਹੈ ਤਾਂ ਬਸ ਇੰਨਾ ਕਿ ਜੋ ਮੈਂ ਤੁਹਾਨੂੰ ਕਿਹਾ। ਮੈਂ ਸਹੁੰ ਖਾਂਦੀ ਹਾਂ ਕਿ ਮੈਨੂੰ ਯਾਦ ਨਹੀਂ ਰਿਹਾ। ਤੁਸੀਂ ਜਾਣਦੇ ਹੋ ਕਿ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਭਰਾ ਗੁੱਸੇ ਵਿੱਚ ਬੜਬੜਾਉਂਦਾ ਹੋਇਆ ਘਰੋਂ ਚਲਾ ਗਿਆ। ਮੈਂ ਆਪਣੀ ਮਾਂ ਨੂੰ ਪੁੱਛਿਆ, ਭਰਾ ਨੂੰ ਕੀ ਹੋ ਗਿਆ ਹੈ? ਉਹ ਇੰਨਾ ਗੁੱਸੇ ਕਿਉਂ ਰਹਿਣ ਲੱਗੇ ਹੈ? ਮੰਮੀ ਨੇ ਕਿਹਾ, ਕੁਝ ਨਹੀਂ, ਉਹ ਆਪਣੇ ਕੰਮ ਕਾਰਨ ਫਿਕਰਮੰਦ ਹੋਵੇਗਾ, ਚਿੰਤਾ ਨਾ ਕਰੋ। ਜਦੋਂ ਉਹ ਘਰ ਆਵੇਗਾ ਮੈਂ ਆਪ ਉਸ ਨਾਲ ਗੱਲ ਕਰਾਂਗੀ। ਪਿਤਾ ਜੀ ਦੇ ਜਾਣ ਤੋਂ ਬਾਅਦ ਘਰ ਵਿੱਚ ਬੜਾ ਅਜੀਬ ਜਿਹਾ ਮਾਹੌਲ ਬਣ ਗਿਆ ਸੀ। ਭਰਾ ਹਰ ਗੱਲ ਨੂੰ ਲੈ ਕੇ ਮੇਰੇ ਅਤੇ ਮਾਂ ਨਾਲ ਝਗੜਾ ਕਰਦੇ ਸਨ। ਹਾਲਾਂਕਿ ਪਹਿਲਾਂ ਤਾਂ ਭਰਾ ਅਜਿਹਾ ਨਹੀਂ ਸੀ। ਸਾਡੀ ਛੋਟੀ ਤੋਂ ਛੋਟੀ ਸਮੱਸਿਆ ਵਿੱਚ ਵੀ ਵੀਰ ਆਪਣਾ ਕੰਮ ਛੱਡ ਕੇ ਆ ਜਾਂਦੇ ਸੀ। ਮਾਂ ਕਈ ਦਿਨਾਂ ਤੋਂ ਬਿਮਾਰ ਸੀ, ਬੁਖਾਰ ਤੋਂ ਪੀੜਤ ਸੀ, ਪਰ ਭਰਾ ਨੂੰ ਕੋਈ ਚਿੰਤਾ ਨਹੀਂ ਸੀ। ਨਾ ਜਾਣੇ ਸਾਡੇ ਪਰਿਵਾਰ ਨੂੰ ਕਿਸ ਦੀ ਨਜ਼ਰ ਲੱਗ ਗਈ ਸੀ। ਇੱਕ ਦਿਨ ਮੈਂ ਖੁਦ
ਖੁਦ ਆਪਣੀ ਮਾਂ ਨੂੰ ਡਾਕਟਰ ਕੋਲ ਲੈ ਗਏ। ਮੈਂ ਆਪਣੇ ਭਰਾ ਨੂੰ ਵੀ ਫੋਨ ਕੀਤਾ ਅਤੇ ਮਾਂ ਦੀ ਸਿਹਤ ਬਾਰੇ ਦੱਸਿਆ ਅਤੇ ਮੈਂ ਉਸ ਨੂੰ ਕਿਹਾ ਕਿ ਮੈਂ ਮਾਂ ਨੂੰ ਡਾਕਟਰ ਕੋਲ ਲੈ ਕੇ ਆਈ ਹਾਂ, ਤੁਸੀਂ ਆ ਜਾਇਓ। ਤਾਂ ਭਰਾ ਕਹਿਣ ਲੱਗਾ, ਮੈਂ ਰੁੱਝਿਆ ਹੋਇਆ ਹਾਂ, ਤੁਸੀਂ ਮਾਂ ਨੂੰ ਲੈ ਕੇ ਘਰ ਆ ਜਾਇਓ। ਆਪਣੇ ਭਰਾ ਨਾਲ ਗੱਲ ਕਰਦਿਆਂ ਮੈਨੂੰ ਕਿਸੇ ਹੋਰ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਨੂੰ ਪਛਾਣਨ ਵਿੱਚ ਮੈਨੂੰ ਦੇਰ ਨਾ ਲੱਗੀ ਕਿਉਂਕਿ ਉਹ ਆਵਾਜ਼ ਮੇਰੀ ਮਾਮੀ ਦੀ ਸੀ। ਭਰਾ ਇਹ ਕੀ ਕਰ ਰਹੇ ਸਨ ਅਤੇ ਉਹਨਾਂ ਨੇ ਮੈਨੂੰ ਝੂਠ ਕਿਉਂ ਬੋਲਿਆ? ਭਰਾ ਨੂੰ ਪਤਾ ਸੀ ਕਿ ਮਾਮਾ ਅਤੇ ਮਾਮੀ ਨੇ ਸਾਡੇ ਨਾਲ ਕੀ ਨਹੀਂ ਕੀਤਾ। ਉਹ ਸਾਨੂੰ ਚੰਗਾ ਨਹੀਂ ਸਮਝਦੇ ਸਨ। ਪਿਤਾ ਜੀ ਦੇ ਜਾਣ ਤੋਂ ਬਾਅਦ ਵੀ ਉਹ ਕਦੇ ਸਾਡੇ ਹਾਲ ਚਾਲ ਪੁੱਛਣ ਵੀ ਨਹੀਂ ਆਏ ਸਨ। ਸਗੋਂ ਇੱਕ ਦਿਨ ਮਾਮਾ ਅਤੇ ਮਾਮੀ ਸਾਡੇ ਘਰ ਆਏ ਅਤੇ ਮਾਂ ਤੋਂ 3 ਲੱਖ ਰੁਪਏ ਮੰਗੇ। ਮਾਤਾ ਜੀ ਨੇ ਕਿਹਾ ਕਿ ਸਾਡੇ ਕੋਲ ਇੰਨੇ ਪੈਸੇ ਕਿੱਥੋਂ ਆਏ? ਤਾਂ ਮਾਮੇ ਨੇ ਕਿਹਾ ਕਿ ਤੁਹਾਡਾ ਪਤੀ ਪੁਲਿਸ ਵਿੱਚ ਹੈ ਅਤੇ ਪੁਲਿਸ ਵਾਲੇ ਉੱਪਰੋਂ ਬਹੁਤ ਪੈਸਾ ਕਮਾਉਂਦੇ ਹਨ। ਮੰਮੀ ਨੇ ਕਾਫੀ ਕਿਹਾ, ਬਸ ਬਹੁਤ ਹੋ ਗਿਆ। ਫਿਰ ਚੰਗੀ ਤਰ੍ਹਾਂ ਜਾਣਦੇ ਹੋ ਭਰਾ ਕਿ ਉਸਨੇ ਕਦੇ ਵੀ ਹਰਾਮ ਦੀ ਕਮਾਈ ਦਾ 1 ਪੈਸਾ ਨਹੀਂ ਕਮਾਇਆ। ਤੁਹਾਨੂੰ ਕਿਵੇਂ ਪਤਾ ਹੈ ਕਿ ਹੱਕ ਅਤੇ ਹਰਾਮ ਵਿੱਚ ਕੀ ਫਰਕ ਹੈ? ਤੁਹਾਨੂੰ ਸਿਰਫ ਪੈਸੇ ਦੀ ਚਿੰਤਾ ਹੈ। ਤੁਸੀਂ ਤਾਂ ਸਾਰੀ ਉਮਰ ਆਪਣੀ ਪਤਨੀ ਦੇ ਅੱਗੇ ਪਿੱਛੇ ਘੁੰਮਦਿਆਂ ਅਤੇ ਦੂਜੇ ਨੂੰ ਧੋਖਾ ਦੇਣ ਵਿੱਚ ਗੁਜ਼ਾਰ ਦਿੱਤੀ ਹੈ। ਮਾਮਾ ਜੀ ਸਾਨੂੰ ਗਾਲਾਂ ਕੱਢ ਕੇ ਚਲੇ ਗਏ ਸਨ ਅਤੇ ਉਦੋਂ ਤੋਂ ਹੀ ਮੇਰੇ ਮਾਮਾ ਜੀ ਨੇ ਸਾਡੇ ਘਰ ਆਉਣਾ ਬੰਦ ਕਰ ਦਿੱਤਾ ਸੀ ਅਤੇ ਅੱਜ ਭਰਾ ਉਹਨਾਂ ਦੇ ਘਰ ਬੈਠਾ ਹੋਇਆ ਸੀ। ਮੈਨੂੰ ਯਕੀਨ ਨਹੀਂ ਆ ਰਿਹਾ ਸੀ। ਫਿਰ ਮੈਂ ਸੋਚਿਆ ਸ਼ਾਇਦ ਇਹ ਮੇਰਾ ਵਹਿਮ ਹੈ। ਮੇਰਾ ਭਰਾ ਕਦੇ ਸਾਡੇ ਲਈ ਆਪਣੀ ਜਾਨ ਕੁਰਬਾਨ ਕਰਦਾ ਸੀ, ਹੁਣ ਉਹ ਸਾਨੂੰ ਅਜਨਬੀ ਜਾਪਦਾ ਸੀ। ਅਤੇ ਫਿਰ ਇਸੇ ਤਣਾਅ ਕਾਰਨ ਮੇਰੀ ਮਾਂ ਬਿਮਾਰ ਹੋ ਗਈ ਸੀ। ਕੁਝ ਦਿਨਾਂ ਬਾਅਦ ਜਦੋਂ ਮਾਂ ਦੀ ਤਬੀਅਤ ਠੀਕ ਹੋ ਗਈ ਤਾਂ ਇੱਕ ਦਿਨ ਭਰਾ ਨੇ ਆ ਕੇ ਕਿਹਾ ਕਿ ਉਹ ਮਾਮੀ ਦੀ ਭਤੀਜੀ ਰੂਪਾ ਨਾਲ ਵਿਆਹ ਕਰਨਾ ਚਾਹੁੰਦਾ ਹੈ। ਮੈਂ ਉਸ ਨੂੰ ਪਸੰਦ ਕਰਨ ਲੱਗ ਪਿਆ ਹਾਂ। ਤੁਹਾਨੂੰ ਮੇਰੇ ਨਾਲ ਜਾਣਾ ਪਵੇਗਾ। ਰੂਪਾ ਮੇਰੀ ਮਾਮੀ ਦੀ ਭਤੀਜੀ ਸੀ। ਮਾਮੀ ਦੇ ਕੋਈ ਔਲਾਦ ਨਹੀਂ ਸੀ, ਇਸ ਲਈ ਉਸਨੇ ਆਪਣੀ ਭਤੀਜੀ ਨੂੰ ਆਪਣੇ ਕੋਲ ਰੱਖਿਆ ਹੋਇਆ ਸੀ। ਮਾਂ ਨੇ ਕਿਹਾ, ਤੇਰੇ ਬਾਪੂ ਨੇ ਤੇਰਾ ਰਿਸ਼ਤਾ ਆਪਣੇ ਦੋਸਤ ਦੀ ਧੀ ਨਾਲ ਤੈਅ ਕਰ ਦਿੱਤਾ ਹੈ ਅਤੇ ਮੈਂ ਤੁਹਾਨੂੰ ਕਿਹਾ ਅਤੇ ਉਸ ਸਮੇਂ ਤੁਸੀਂ ਵੀ ਸਹਿਮਤ ਹੋ ਗਏ। ਤੁਸੀਂ ਆਪਣੇ ਪਿਤਾ ਜੀ ਦੀਆਂ ਕਈਆਂ ਗੱਲਾਂ ਤੋਂ ਕਿਵੇਂ ਇਨਕਾਰ ਕਰ ਰਹੇ ਹੋ? ਮੈਂ ਤੁਹਾਨੂੰ ਬਿਲਕੁਲ ਵੀ ਅਨੁਮਤੀ ਨਹੀਂ ਦਿਆਂਗੀ। ਮੈਂ ਅੱਜ ਹੀ ਜਾ ਕੇ ਉਹਨਾਂ ਤੋਂ ਵਿਆਹ ਦੀ ਤਰੀਕ ਲੈ ਆਵਾਂਗੀ। ਉਹ ਕਿੰਨੇ ਚਿਰ ਤੋਂ ਇੰਤਜ਼ਾਰ ਕਰ ਰਹੀ ਹੈ। ਉਹਨਾਂ ਨੇ ਕਈ ਵਾਰ ਪੁੱਛਿਆ ਹੈ ਕਿ ਕਦੋਂ ਵਿਆਹ ਦੀ ਤਿਆਰੀ ਕਰੇ। ਮੈਂ ਇਸ ਵਿੱਚ ਹੋਰ ਦੇਰੀ ਨਹੀਂ ਕਰਾਂਗੀ। ਉਸ ਸਮੇਂ ਤੁਹਾਡੇ ਪਿਤਾ ਜੀ ਨੇ ਜੋ ਕੁਝ ਕੀਤਾ ਸਭ ਕੁਝ ਤੁਹਾਡੀ ਮਰਜ਼ੀ ਅਨੁਸਾਰ ਕੀਤਾ ਸੀ, ਪਰ ਮੇਰੇ ਭਰਾ ਨੇ ਸਾਫ਼ ਕਹਿ ਦਿੱਤਾ ਕਿ ਮੈਂ ਆਪਣੀ ਮਾਮੀ ਦੀ ਭਤੀਜੀ ਰੂਪਾ ਨਾਲ ਹੀ ਵਿਆਹ ਕਰਵਾਉਣਾ ਹੈ। ਜੇਕਰ ਤੁਸੀਂ ਸਹਿਮਤ ਨਹੀਂ ਹੋ ਤਾਂ ਅੱਗੇ ਜੋ ਵੀ ਹੋਵੇਗਾ ਉਸ ਲਈ ਤੁਸੀਂ ਜ਼ਿੰਮੇਵਾਰ ਹੋਵੋਗੇ। ਮੈਂ ਰੂਪਾ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਹੈ ਅਤੇ ਮੇਰੀ ਮਾਮੀ ਵੀ ਤਿਆਰ ਹੈ ਅਤੇ ਮੇਰੀ ਮਾਮੀ ਦਾ ਭਰਾ ਅਤੇ ਭਰਜਾਈ ਵੀ ਤਿਆਰ ਹਨ। ਮਾਮੀ ਤਾਂ ਕਹਿੰਦੀ ਹੈ ਕਿ ਤੇਰੀ ਮਾਂ ਨੂੰ ਲੈ ਕੇ ਆਓ, ਉਹ ਤੇਰੀ ਉਡੀਕ ਕਰ ਰਹੀ ਹੈ। ਉਹ ਤੁਹਾਡਾ ਕਿੰਨਾ ਕਰਦੀ ਹੈ ਅਤੇ ਤੁਹਾਨੂੰ ਕਿੰਨੀ ਇੱਜ਼ਤ ਦਿੰਦੀ ਹੈ। ਪਤਾ ਨਹੀਂ ਤੁਸੀਂ ਮਾਮੀ ਨੂੰ ਚੰਗਾ ਕਿਉਂ ਨਹੀਂ ਸਮਝਦੇ। ਮਾਂ ਨੇ ਕਿਹਾ, ਠੀਕ ਹੈ, ਤੁਸੀਂ ਸੋਚ ਲਓ। ਤੁਹਾਨੂੰ ਪਤਾ ਹੈ ਕਿ ਤੁਹਾਡੀ ਮਾਮੀ ਦਾ ਸੁਭਾਅ ਵੱਖਰਾ ਹੈ। ਕੌਣ ਜਾਣੇ ਕਿ ਕਿੰਨੇ ਕਿੱਸੇ ਪੂਰੇ ਪਰਿਵਾਰ ਵਿੱਚ ਮਸ਼ਹੂਰ ਹਨ। ਲੋਕ ਉਸ ਤੋਂ ਦੂਰ ਭੱਜਦੇ ਹਨ ਅਤੇ ਤੁਸੀਂ ਉਸ ਘਰ ਨਾਲ ਰਿਸ਼ਤਾ ਜੋੜਨਾ ਚਾਹੁੰਦੇ ਹੋ। ਕੱਲ ਨੂੰ ਤੁਹਾਨੂੰ ਪਛਤਾਉਣਾ ਨਾ ਪਵੇ। ਫਿਰ ਕੱਲ ਨੂੰ ਇਹ ਨਾ ਕਹਿਣਾ ਕਿ ਮੇਰੀ ਮਾਂ ਨੇ ਮੈਨੂੰ ਰੋਕਿਆ ਨਹੀਂ। ਭਰਾ ਨੇ ਕਿਹਾ, ਜੇਕਰ ਤੁਸੀਂ ਮੇਰੇ ਨਾਲ ਨਹੀਂ ਜਾਣਾ ਚਾਹੁੰਦੇ ਤਾਂ ਨਾ ਜਾਓ, ਪਰ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੀ ਕੋਈ ਲੋੜ ਨਹੀਂ ਹੈ। ਭਰਾ ਦੀਆਂ ਗੱਲਾਂ ਸੁਣ ਕੇ ਮੈਂ ਅਤੇ ਮਾਂ ਪਰੇਸ਼ਾਨ ਹੋ ਗਈਆਂ ਸੀ। ਮੇਰੀ ਮਾਂ ਦੀਆਂ ਅੱਖਾਂ ਦੂਰ ਤੱਕ ਦੇਖ ਰਹੀਆਂ ਸਨ। ਉਹ ਆਪਣੇ ਘਰ ਦੀ ਤਬਾਹੀ ਨੂੰ ਸਾਫ਼ ਦੇਖ ਸਕਦੀ ਸੀ, ਪਰ ਉਹ ਬੇਵੱਸ ਸੀ। ਕਿੱਥੇ ਸਾਡਾ ਹੱਸਦਾ ਵਸਦਾ ਘਰ ਸੀ ਅਤੇ ਹੁਣ ਘਰ ਵਿੱਚ ਅਜੀਬ ਜਿਹਾ ਮਾਹੌਲ ਰਹਿਣ ਲੱਗ ਗਿਆ ਸੀ ਅਤੇ ਹਾਲਾਤ ਦਿਨੋਂ ਦਿਨ ਵਿਗੜਦੇ ਜਾ ਰਹੇ ਸਨ। ਦੂਜੇ ਪਾਸੇ ਜਿੱਥੇ ਪਿਤਾ ਜੀ ਨੇ ਭਰਾ ਦਾ ਰਿਸ਼ਤਾ ਤੈਅ ਕੀਤਾ ਸੀ, ਉਹ ਵੀ ਹੁਣ ਬਾਰ-ਬਾਰ ਵਿਆਹ ਲਈ ਜ਼ੋਰ ਪਾ ਰਹੇ ਸਨ, ਪਰ ਮਾਂ ਉਹਨਾਂ ਨੂੰ ਕੀ ਜਵਾਬ ਦਿੰਦੀ। ਤੇ ਇੱਕ ਦਿਨ ਹੱਦ ਹੋ ਗਈ ਜਦੋਂ ਘਰ ਆ ਕੇ ਹੱਥ ਜੋੜ ਕੇ ਮਿੰਨਤਾਂ ਕਰਨ ਲੱਗ ਪਏ। ਉਹਨਾਂ ਨੇ ਕਿਹਾ, ਭੈਣ, ਜਲਦੀ ਤੋਂ ਜਲਦੀ ਵਿਆਹ ਕਰਵਾ ਲਓ। ਕਿੰਨੀ ਦੇਰ ਤੱਕ ਅਸੀਂ ਆਪਣੀ ਧੀ ਨੂੰ ਘਰ ਬਿਠਾ ਕੇ ਰੱਖਾਂਗੇ? ਅਤੇ ਮਾਂ ਕੋਲ ਕੋਈ ਚਾਰਾ ਨਹੀਂ ਸੀ, ਇਸ ਲਈ ਉਸਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਮੇਰਾ ਪੁੱਤਰ ਤੁਹਾਡੀ ਧੀ ਨਾਲ ਵਿਆਹ ਨਹੀਂ ਕਰ ਸਕਦਾ। ਹੁਣ ਉਹ ਕਿਸੇ ਹੋਰ ਕੁੜੀ ਨੂੰ ਪਸੰਦ ਕਰਦਾ ਹੈ। ਇਹ ਸੁਣ ਕੇ ਉਹ ਬਹੁਤ ਦੁਖੀ ਹੋਏ। ਉਸੇ ਸਮੇਂ ਉਹ ਬਹੁਤ ਗੁੱਸੇ ਵਿੱਚ ਸੀ ਅਤੇ ਕਹਿਣ ਲੱਗੇ ਕਿ ਤੁਸੀਂ ਸਹੀ ਨਹੀਂ ਕੀਤਾ। ਕਿੰਨੀ ਦੇਰ ਤੋਂ ਅਸੀਂ ਤੁਹਾਡੇ ਰਿਸ਼ਤੇ ਤੇ ਬੈਠੇ ਹਾਂ। ਉਹ ਰਾਹੁਲ ਦੇ ਨਾਂ ਤੇ ਹੀ ਜੀ ਰਹੀ ਹੈ। ਉਸ ਨੂੰ ਹੀ ਉਸਨੇ ਮਨ ਹੀ ਮਨ ਵਿੱਚ ਆਪਣਾ ਪਤੀ ਸਵੀਕਾਰ
ਸਵੀਕਾਰ ਕਰ ਲਿਆ ਹੈ, ਪਰ ਮੇਰੀ ਮਾਂ ਹੁਣ ਕਰ ਸਕਦੀ ਸੀ। ਇਹ ਸਭ ਸੁਣ ਕੇ ਉਸ ਦੀਆਂ ਵੀ ਅੱਖਾਂ ਵਿੱਚੋਂ ਹੰਝੂ ਆ ਗਏ। ਉਸ ਨੇ ਕਿਹਾ, ਭਰਾ ਸਾਨੂੰ ਮਾਫ ਕਰ ਦਿਓ, ਅਸੀਂ ਬੇਵਸ ਹਾਂ। ਭਾਵੇਂ ਅਸੀਂ ਰਾਹੁਲ ਨੂੰ ਜ਼ਬਰਦਸਤੀ ਵਿਆਹ ਕਰਵਾਉਣ ਲਈ ਮਨਾ ਵੀ ਲਈਏ, ਪਰ ਜੇ ਬਾਅਦ ਵਿੱਚ ਉਸ ਨੇ ਪ੍ਰੀਤੀ ਨੂੰ ਛੱਡ ਦਿੱਤਾ ਤਾਂ ਕੀ ਹੋਵੇਗਾ? ਉਸ ਦੀ ਜ਼ਿੰਦਗੀ ਖਰਾਬ ਹੋ ਜਾਵੇਗੀ। ਅਤੇ ਫਿਰ ਭਰਾ ਨੇ ਆਪਣੀ ਇੱਛਾ ਅਨੁਸਾਰ ਮਾਮੀ ਦੀ ਭਤੀਜੀ ਰੂਪਾ ਨਾਲ ਵਿਆਹ ਕਰ ਲਿਆ। ਮਾਂ ਨੇ ਭਰਾ ਨੂੰ ਬਹੁਤ ਸਮਝਾਇਆ, ਪਰ ਉਹ ਨਾ ਮੰਨਿਆ। ਉਸ ਨੇ ਆਪਣੀ ਜਿੱਦ ਪੂਰੀ ਕਰ ਲਈ ਸੀ। ਮਾਮੀ ਦੀ ਭਤੀਜੀ ਰੂਪਾ ਬਹੁਤ ਹੀ ਹੁਸ਼ਿਆਰ ਅਤੇ ਬਹੁਤ ਹੀ ਚਲਾਕ ਕੁੜੀ ਸੀ। ਉਹ ਮੇਰੇ ਭਰਾ ਦੇ ਸਾਹਮਣੇ ਬਹੁਤ ਨਰਮੀ ਅਤੇ ਪਿਆਰ ਨਾਲ ਗੱਲ ਕਰਦੀ ਸੀ, ਪਰ ਜਿਵੇਂ ਹੀ ਮੇਰਾ ਭਰਾ ਘਰੋਂ ਚਲਾ ਜਾਂਦਾ, ਮੇਰੀ ਮਾਂ ਨਾਲ ਮੇਰੀ ਭਰਜਾਈ ਦਾ ਵਿਵਹਾਰ ਬਹੁਤ ਅਜੀਬ ਹੋ ਜਾਂਦਾ। ਜੋ ਮੈਂ ਨੋਟ ਕੀਤਾ ਉਹ ਬਹੁਤ ਅਜੀਬ ਸੀ। ਹੁਣ ਮੇਰੀ ਮਾਂ ਹਰ ਰਾਤ ਮੇਰੇ ਭਰਾ ਦੇ ਕਮਰੇ ਦੇ ਬਾਹਰ ਖੜ ਕੇ ਅੰਦਰ ਝਾਤੀ ਮਾਰਦੀ ਸੀ। ਮੈਨੂੰ ਮਾਂ ਦੀ ਇਹ ਹਰਕਤ ਬੁਰੀ ਲੱਗਦੀ ਸੀ। ਜੋ ਵੀ ਹੋਇਆ ਸੀ, ਸਾਨੂੰ ਉਸ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਸੀ ਅਤੇ ਭੈਣ ਭਰਜਾਈ ਦੀ ਨਿੱਜੀ ਜ਼ਿੰਦਗੀ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਸੀ। ਜਦੋਂ ਮੈਂ ਆਪਣੀ ਮਾਂ ਨੂੰ ਪੁੱਛਦੀ ਤਾਂ ਉਹ ਮੈਨੂੰ ਕੁਝ ਨਾ ਦੱਸਦੀ, ਪਰ ਉਹ ਮੇਰੀ ਮਾਸੀ ਨੂੰ ਸਭ ਕੁਝ ਦੱਸਦੀ ਸੀ ਕਿ ਤੁਸੀਂ ਜਿੰਨੀ ਜਲਦੀ ਹੋ ਸਕੇ ਆ ਜਾਓ। ਮੇਰੀ ਮਾਸੀ ਮੇਰੀ ਅਸਲੀ ਮਾਸੀ ਨਹੀਂ ਸੀ, ਉਹ ਮੇਰੀ ਮਾਂ ਦੀ ਦੋਸਤ ਸੀ, ਪਰ ਉਹ ਇੱਕ ਦੂਜੇ ਨੂੰ ਸੱਚੀਆਂ ਭੈਣਾਂ ਵਾਂਗ ਪਿਆਰ ਕਰਦੇ ਸਨ ਅਤੇ ਮੇਰੀ ਮਾਂ ਨੇ ਉਸਦੇ ਪੁੱਤਰ ਨਾਲ ਮੇਰਾ ਰਿਸ਼ਤਾ ਤੈਅ ਕੀਤਾ ਸੀ। ਹੁਣ ਉਹ ਲੰਦਨ ਵਿੱਚ ਰਹਿੰਦੇ ਸਨ। ਮੇਰੀ ਮਾਂ ਹਰ ਵੇਲੇ ਚਿੰਤਤ ਰਹਿੰਦੀ ਹੈ ਅਤੇ ਵਾਹਿਗੁਰੂ ਅੱਗੇ ਇੱਕੋ ਇੱਕ ਅਰਦਾਸ ਕਰਦੀ ਸੀ ਕਿ ਹੇ ਪ੍ਰਮਾਤਮਾ, ਮੇਰੇ ਪੁੱਤਰ ਨੂੰ ਮਾਫ ਕਰ ਦਿਓ, ਉਹ ਭੋਲਾ ਹੈ। ਅਤੇ ਮੈਨੂੰ ਕਹਿੰਦੀ ਸੀ ਕਿ ਤੇਰੀ ਭਰਜਾਈ ਰਾਤ ਨੂੰ ਜੋ ਵੀ ਕੰਮ ਕਰਦੀ ਹੈ, ਉਹ ਇੱਕ ਦਿਨ ਦੇਖਣਾ ਉਸ ਤੇ ਪ੍ਰਮਾਤਮਾ ਦਾ ਅਜਿਹਾ ਕਹਿਰ ਟੁੱਟੇਗਾ। ਮਾਂ ਦੀ ਗੱਲ ਸੁਣ ਕੇ ਮੈਂ ਕੰਬਣ ਲੱਗ ਜਾਂਦੀ ਸੀ। ਹੁਣ ਮੇਰੀ ਭਰਜਾਈ ਮੇਰੇ ਭਰਾ ਨੂੰ ਇਸ ਗੱਲ ਤੇ ਮਨਾ ਰਹੀ ਸੀ ਕਿ ਆਪਣੀ ਭੈਣ ਦਾ ਵਿਆਹ ਮੇਰੇ ਭਰਾ ਨਾਲ ਕਰ ਦੋ, ਅਤੇ ਵੈਸੇ ਵੀ ਭਰਾ ਉਹੀ ਕੰਮ ਕਰਦਾ ਸੀ ਜੋ ਭਾਬੀ ਕਹਿੰਦੀ ਸੀ। ਭਰਾ ਨੇ ਮਾਂ ਨੂੰ ਕਿਹਾ ਕਿ ਦੀਪਾ ਲਈ ਇਹ ਰਿਸ਼ਤਾ ਬਹੁਤ ਵਧੀਆ ਹੈ, ਪਰ ਮਾਂ ਨੇ ਕਿਹਾ ਕਿ ਮੈਂ ਬਹੁਤ ਪਹਿਲਾਂ ਆਪਣੀ ਲੜਕੀ ਦਾ ਵਿਆਹ ਆਪਣੀ ਦੋਸਤ ਦੇ ਲੜਕੇ ਨਾਲ ਤੈਅ ਕਰ ਦਿੱਤਾ ਸੀ। ਤੇਰੀ ਪਤਨੀ ਨੇ ਤੈਨੂੰ ਅੰਨਾ ਕਰ ਦਿੱਤਾ ਹੈ। ਤੂੰ ਆਪਣੀ ਮਾਂ ਭੈਣ ਨੂੰ ਵੀ ਨਹੀਂ ਦੇਖ ਸਕਦਾ। ਤੂੰ ਇੰਨਾ ਅੰਨਾ ਹੋ ਗਿਆ ਹੈ। ਤੁਹਾਨੂੰ ਨਹੀਂ ਪਤਾ ਕਿ ਤੁਹਾਡੀ ਪਤਨੀ ਦਾ ਭਰਾ ਅਬਨੋਰਮਲ ਹੈ। ਉਹ ਮੇਰੀ ਕੁੜੀ ਦੇ ਲਾਇਕ ਨਹੀਂ ਹੈ। ਹੁਣ ਮੇਰੀ ਧੀ ਤੋਂ ਦੂਰ ਰਹੋ। ਤੁਹਾਡੇ ਕਾਰਨ ਸਭ ਕੁਝ ਬਰਬਾਦ ਹੋ ਗਿਆ ਹੈ। ਮੇਰੀ ਫੁੱਲ ਵਰਗੀ ਧੀ ਤੇਰੀ ਪਤਨੀ ਦੇ ਕੰਮ ਦੇ ਬੋਝ ਹੇਠ ਦੱਬ ਗਈ ਹੈ। ਪਤਾ ਨਹੀਂ ਤੁਹਾਡੀ ਪਤਨੀ ਸਾਰਾ ਦਿਨ ਕਮਰੇ ਵਿੱਚ ਕੀ ਕਰਦੀ ਰਹਿੰਦੀ ਹੈ। ਘਰ ਦਾ ਕੋਈ ਕੰਮ ਨਹੀਂ ਕਰਦੀ। ਮੈਂ ਬਿਮਾਰ ਹਾਂ, ਮੇਰਾ ਖਿਆਲ ਰੱਖੇ ਜਾਂ ਤੁਹਾਡੀ ਪਤਨੀ ਦਾ ਧਿਆਨ ਰੱਖੇ। ਭਰਾ ਨੇ ਕਿਹਾ, ਬਸ ਕਰ ਮਾਂ, ਤੁਸੀਂ ਸ਼ੁਰੂ ਤੋਂ ਹੀ ਰੂਪਾਂ ਤੇ ਵਿਰੁੱਧ ਹੋ, ਇਸੇ ਲਈ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ। ਮਾਂ ਨੇ ਕਿਹਾ, ਅਜੇ ਵੀ ਸਮਾਂ ਹੈ, ਸੰਭਲ ਜਾਓ, ਨਹੀਂ ਤਾਂ ਬਾਅਦ ਵਿੱਚ ਬਹੁਤ ਪਛਤਾਉਣਾ ਪਵੇਗਾ। ਭਰਾ ਨੇ ਮਾਂ ਦੀਆਂ ਗੱਲਾਂ ਨੂੰ ਅਣਸੁਣਿਆ ਕੀਤਾ ਅਤੇ ਕਮਰੇ ਤੋਂ ਬਾਹਰ ਚਲਾ ਗਿਆ। ਮੇਰੀ ਮਾਂ ਮੈਨੂੰ ਹਰ ਸਮੇਂ ਆਪਣੇ ਕੋਲ ਰੱਖਦੀ ਅਤੇ ਕਦੇ ਵੀ ਮੈਨੂੰ ਆਪਣੀਆਂ ਅੱਖਾਂ ਤੋਂ ਦੂਰ ਨਾ ਜਾਣ ਦਿੰਦੀ। ਜੇ ਮੈਂ ਥੋੜਾ ਜਿਹਾ ਵੀ ਇੱਧਰ ਉੱਧਰ ਜਾਂਦੀ ਤਾਂ ਮਾਂ ਨੂੰ ਚਿੰਤਾ ਹੋ ਜਾਂਦੀ। ਮਾਂ ਸੁਨੀਤਾ ਮਾਸੀ ਨੂੰ ਫੋਨ ਕਰਕੇ ਕੋਲ ਬੁਲਾਉਂਦੀ ਸੀ ਤੇ ਜ਼ੋਰ ਦਿੰਦੀ ਸੀ ਕਿ ਸੁਨੀਤਾ, ਤੂੰ ਹੁਣ ਆ ਜਾ ਤੇ ਆਪਣੀ ਇਮਾਨਤ ਆਪਣੇ ਨਾਲ ਲੈ ਜਾ। ਮੇਰੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ ਅਤੇ ਮੈਨੂੰ ਨਹੀਂ ਪਤਾ ਕਿ ਇਹ ਲੋਕ ਮੇਰੇ ਬਾਅਦ ਮੇਰੀ ਧੀ ਨਾਲ ਕੀ ਕਰਨਗੇ। ਸੁਨੀਤਾ ਮਾਸੀ ਨੇ ਭਰੋਸਾ ਦਿੱਤਾ ਸੀ ਕਿ ਮੈਂ ਜਲਦੀ ਹੀ ਭਾਰਤ ਆ ਰਹੀ ਹਾਂ ਅਤੇ ਸਭ ਕੁਝ ਠੀਕ ਹੋ ਜਾਵੇਗਾ, ਇਸ ਲਈ ਚਿੰਤਾ ਨਾ ਕਰੋ। ਮਾਂ ਦੀ ਬੇਚੈਨੀ ਦੇਖ ਕੇ ਮੈਂ ਬਹੁਤ ਹੈਰਾਨ ਹੁੰਦੀ। ਉਹ ਮੈਨੂੰ ਆਪਣੀ ਭਾਬੀ ਦੇ ਨੇੜੇ ਵੀ ਨਹੀਂ ਜਾਣ ਦਿੰਦੀ ਸੀ। ਅਚਾਨਕ ਮੇਰੀ ਮਾਂ ਦੀ ਤਬੀਅਤ ਬਹੁਤ ਖਰਾਬ ਹੋ ਗਈ ਅਤੇ ਉਹ ਮੇਰੇ ਵਿਆਹ ਨੂੰ ਲੈ ਕੇ ਚਿੰਤਤ ਹੋਣ ਲੱਗੀ। ਪਰ ਸਮੇਂ ਨੇ ਉਹਨਾਂ ਨੂੰ ਬਹੁਤਾ ਸਮਾਂ ਨਹੀਂ ਦਿੱਤਾ, ਪਰ ਮਰਨ ਤੋਂ ਪਹਿਲਾਂ ਉਹਨਾਂ ਨੇ ਵਸੀਅਤ ਕਰ ਦਿੱਤੀ ਸੀ ਕਿ ਆਪਣੀ ਭਰਜਾਈ ਤੋਂ ਦੂਰ ਰਹਿਣਾ ਅਤੇ ਕਮਰੇ ਨੂੰ ਤਾਲਾ ਲਾ ਕੇ ਸੌਣਾ। ਉਸ ਨੂੰ ਉਦੋਂ ਤੱਕ ਅੰਦਰ ਨਾ ਆਉਣ ਦੇਣਾ ਜਦੋਂ ਤੱਕ ਤੁਹਾਡੀ ਸੱਸ ਨਹੀਂ ਆ ਜਾਂਦੀ। ਤੁਹਾਨੂੰ ਬਹੁਤ ਸਾਵਧਾਨ ਰਹਿਣਾ ਪਵੇਗਾ। ਮੈਂ ਵੀ ਅਜਿਹਾ ਹੀ ਕਰਦੀ ਸੀ। ਮਾਂ ਨੂੰ ਗੁਜ਼ਰਿਆ 1 ਮਹੀਨਾ ਵੀ ਨਹੀਂ ਹੋਇਆ ਸੀ ਕਿ ਇੱਕ ਦਿਨ ਅਚਾਨਕ ਭਾਬੀ ਦਰਦ ਨਾਲ ਚੀਕਣ ਲੱਗ ਪਈ। ਮੈਂ ਅਚਾਨਕ ਦਰਵਾਜ਼ਾ ਖੋਲ੍ਹਿਆ ਅਤੇ ਭਾਬੀ ਦੇ ਕਮਰੇ ਵਿੱਚ ਚਲੀ ਗਈ, ਪਰ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਜਿਵੇਂ ਹੀ ਮੈਂ ਅੰਦਰ ਗਈ ਤਾਂ ਭਾਬੀ ਨੇ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਬੜੀ ਅਜੀਬ ਜਿਹੀਆਂ ਆਵਾਜ਼ਾਂ ਵਿੱਚ ਕੁਝ ਪੜ੍ਹ ਕੇ ਮੇਰੇ ਵੱਲ ਸੁੱਟਣ ਲੱਗ ਪਈ। ਮੈਂ ਦਰਵਾਜ਼ਾ ਖੋਲ੍ਹਿਆ ਅਤੇ ਬਾਹਰ ਭੱਜੀ। ਫਿਰ ਅਚਾਨਕ ਮੈਂ ਆਪਣੀ ਮਾਸੀ ਨਾਲ ਟਕਰਾ ਗਈ। ਮਾਸੀ ਦੇ ਨਾਲ ਇੱਕ ਬਜ਼ੁਰਗ ਔਰਤ ਵੀ ਸੀ। ਉਸਨੇ ਕਿਹਾ, ਚਿੰਤਾ ਨਾ ਕਰੋ, ਮੈਂ ਹੁਣ ਇੱਥੇ ਆ ਗਈ ਹਾਂ। ਬੁੱਢੀ ਔਰਤ ਵੀ ਉਸ ਨੂੰ ਕੁਝ ਪੜ੍ਹ ਕੇ ਸੁਣਾਉਣ ਲੱਗੀ। ਫਿਰ ਭਾਬੀ ਬੜੀ ਅਜੀਬ ਜੀ ਆਵਾਜ਼ ਵਿੱਚ ਕਹਿਣ ਲੱਗੀ, ਬੁੱਢੀ ਔਰਤ ਕਿਉਂ ਮੇਰੇ ਤੋਂ ਮਰਨਾ ਚਾਹੁੰਦੀ ਹੈ? ਤੂੰ ਇੱਥੋਂ ਚਲੀ ਜਾ ਅਤੇ ਦੀਪਾ, ਮੈਂ ਤੇਰਾ ਵਿਆਹ ਆਪਣੇ ਭਰਾ ਨਾਲ ਹੀ ਕਰਵਾਵਾਂਗੀ। ਅਸੀਂ ਖੁਸ਼ਕਿਸਮਤ ਸੀ ਕਿ ਭਰਾ ਉਸ ਸਮੇਂ ਘਰ ਆ ਗਿਆ ਸੀ। ਭਰਾ ਹੁਣ ਸਾਰਾ ਕੁਝ ਜਾਣ ਗਈ ਸੀ।
ਉਸ ਔਰਤ ਨੇ ਇੱਕ ਚੱਕਰ ਬਣਾਇਆ, ਮੈਨੂੰ ਮੇਰੀ ਮਾਸੀ ਅਤੇ ਭਰਾ ਨੂੰ ਇੱਕ ਇੱਕ ਤਵੀਤ ਫੜਾ ਦਿੱਤਾ ਅਤੇ ਕਿਹਾ ਕਿ ਇਸ ਨੂੰ ਨਾ ਛੱਡਣਾ ਅਤੇ ਉੱਚੀ ਆਵਾਜ਼ ਵਿੱਚ ਪਾਠ ਕਰਨਾ ਸ਼ੁਰੂ ਕਰ ਦਿੱਤਾ। ਭਾਬੀ ਹੁਣ ਉਸ ਔਰਤ ਨੂੰ ਅਜੀਬ ਜਿਹੀ ਆਵਾਜ਼ ਵਿੱਚ ਕਹਿਣ ਲੱਗੀ, ਮੈਨੂੰ ਛੱਡ ਦਿਓ, ਮੇਰਾ ਕੋਈ ਕਸੂਰ ਨਹੀਂ ਹੈ। ਮੇਰੀ ਭੂਆ ਨੇ ਮੈਨੂੰ ਜੋ ਕਿਹਾ ਮੈਂ ਉਹੀ ਕੀਤਾ ਹੈ। ਪਰ ਕੁਝ ਪੜ੍ਹ ਕੇ ਉਹ ਮੇਰੀ ਭਾਬੀ ਦੇ ਮਗਰ ਜਾ ਰਹੀ ਸੀ ਅਤੇ ਕਹਿਣ ਲੱਗੀ, ਦੀਪਾ ਦੀ ਮਾਂ ਨੂੰ ਮਾਰਨ ਵਾਲੀ ਇਹੀ ਔਰਤ ਹੈ। ਉਸ ਨੂੰ ਕੋਈ ਬਿਮਾਰੀ ਨਹੀਂ ਸੀ। ਇਸ ਕੁੜੀ ਨੇ ਤਵੀਤਾਂ ਰਾਹੀਂ ਉਸ ਦੀ ਜਾਨ ਲਈ ਹੈ। ਇਸ ਲਈ ਨਿੰਬੂ ਨੂੰ ਕੱਟ ਕੇ ਉਸ ਵਿੱਚ ਇੱਕ ਤਵੀਤ ਰੱਖ ਕੇ ਸੂਈਆਂ ਲਾਈਆਂ ਹੈ। ਉਹ ਨਿੰਬੂ ਦਾ ਰਸ ਲੈ ਕੇ ਆਪਣੇ ਪਤੀ ਨੂੰ ਪਿਆਉਂਦੀ ਸੀ। ਉਸ ਦੇ ਦਿਲ ਅਤੇ ਦਿਮਾਗ ਨੂੰ ਬੰਨਿਆ ਹੋਇਆ ਹੈ ਤਾਂ ਜੋ ਉਹ ਆਪਣੇ ਪਰਿਵਾਰ ਨਾਲ ਨਫ਼ਰਤ ਕਰ ਸਕੇ ਅਤੇ ਇਸ ਨੂੰ ਪਿਆਰ ਕਰੇ। ਅਚਾਨਕ ਭਰਜਾਈ ਭਰਾ ਦੇ ਪੈਰਾਂ ਕੋਲ ਬੈਠ ਕੇ ਰੋਂਦੀ ਹੋਈ ਸਭ ਕੁਝ ਦੱਸਣ ਲੱਗੀ। ਅਸਲ ਵਿੱਚ ਮੇਰੀ ਮਾਮੀ ਪੂਰੇ ਪਰਿਵਾਰ ਵਿੱਚ ਇੱਕ ਮਸ਼ਹੂਰ ਡੈਣ ਸੀ। ਉਸ ਨੇ ਜਾਦੂ ਟੋਣੇ ਰਾਹੀਂ ਮੇਰੇ ਭਰਾ ਨੂੰ ਆਪਣੇ ਅਧੀਨ ਕਰ ਲਿਆ ਅਤੇ ਫਿਰ ਉਸ ਦਾ ਵਿਆਹ ਆਪਣੀ ਭਤੀਜੀ ਨਾਲ ਕਰਵਾ ਦਿੱਤਾ। ਕਿ ਮੇਰੀ ਭਰਜਾਈ ਵੀ ਹਰ ਰਾਤ ਕਮਰੇ ਵਿੱਚ ਤਵੀਤ ਨੂੰ ਸਾੜਦੀ ਸੀ ਤਾਂ ਜੋ ਮੇਰਾ ਭਰਾ ਉਸ ਦੇ ਅਧੀਨ ਰਹੇ ਅਤੇ ਸਿਰਫ ਮੇਰੀ ਭਰਜਾਈ ਹੀ ਉਸ ਘਰ ਵਿੱਚ ਰਾਜ ਕਰੇ। ਮੇਰੀ ਮਾਸੀ ਨੇ ਆਉਣ ਵਿੱਚ ਦੇਰ ਕਰ ਦਿੱਤੀ ਸੀ। ਕਾਸ਼ ਉਹ ਮੇਰੀ ਮਾਂ ਦੇ ਮਾਰਨ ਤੋਂ ਪਹਿਲਾਂ ਆ ਜਾਂਦੀ, ਪਰ ਅੱਜ ਜਦੋਂ ਉਹ ਘਰ ਆਈ ਤਾਂ ਸਾਰੀ ਸੱਚਾਈ ਸਾਹਮਣੇ ਆ ਚੁੱਕੀ ਸੀ। ਭਰਾ ਨੇ ਤੁਰੰਤ ਆਪਣੀ ਪਤਨੀ ਨੂੰ ਤਲਾਕ ਦੇ ਕੇ ਘਰੋਂ ਬਾਹਰ ਕੱਢ ਦਿੱਤਾ। ਅੱਜ ਮੇਰਾ ਭਰਾ ਰੋ ਰਿਹਾ ਸੀ। ਮਾਸੀ ਨੇ ਕਿਹਾ, ਹੁਣ ਸਭ ਠੀਕ ਹੋ ਜਾਵੇਗਾ, ਤੁਸੀਂ ਚਿੰਤਾ ਨਾ ਕਰੋ। ਮੈਂ ਮਾਸੀ ਨੂੰ ਜੱਫੀ ਪਾ ਕੇ ਰੋ ਰਹੀ ਸੀ। ਸਾਡੇ ਆਪਣਿਆਂ ਨੇ ਕੀ ਜ਼ੁਲਮ ਕੀਤੇ ਸੀ। ਮੇਰੀ ਮਾਂ ਨੂੰ ਮੈਥੋਂ ਖੋ ਕੇ ਉਹਨਾਂ ਨੂੰ ਕੀ ਮਿਲਿਆ? ਮੇਰੀ ਮਾਂ ਅਤੇ ਮੈਂ ਉਹਨਾਂ ਲੋਕਾਂ ਦਾ ਕੀ ਨੁਕਸਾਨ ਕੀਤਾ ਸੀ ਜਿਨ੍ਹਾਂ ਨੇ ਮੇਰੇ ਤੋਂ ਮੇਰੀ ਮਾਂ ਨੂੰ ਖੋਇਆ ਸੀ। ਫਿਰ ਮੈਂ ਮਾਸੀ ਨੂੰ ਪੁੱਛਿਆ, ਤੁਹਾਨੂੰ ਇਹ ਸਭ ਕਿਵੇਂ ਪਤਾ ਲੱਗਾ? ਫਿਰ ਮੇਰੀ ਮਾਸੀ ਨੇ ਦੱਸਿਆ ਕਿ ਤੇਰੀ ਮਾਂ ਨੂੰ ਇਹ ਸੱਚ ਪਹਿਲਾਂ ਹੀ ਪਤਾ ਸੀ। ਉਸਨੇ ਮੈਨੂੰ ਇੱਥੇ ਫੋਨ ਕਰਕੇ ਬੁਲਾਇਆ ਸੀ, ਪਰ ਸਮੇਂ ਸਿਰ ਟਿਕਟ ਨਾ ਮਿਲਣ ਕਾਰਨ ਮੈਂ ਸਮੇਂ ਸਿਰ ਨਹੀਂ ਪਹੁੰਚ ਸਕੀ। ਭਰਾ ਅਜੇ ਵੀ ਰੋ ਰਿਹਾ ਸੀ, ਪਰ ਹੁਣ ਸਮਾਂ ਬੀਤ ਚੁੱਕਾ ਸੀ। ਪਰ ਇਸ ਵਿੱਚ ਭਰਾ ਦਾ ਵੀ ਕਸੂਰ ਨਹੀਂ ਸੀ। ਇਹ ਜਾਦੂ ਟੋਣਾ ਮਨੁੱਖ ਨੂੰ ਆਪਣੇ ਵੱਸ ਵਿੱਚ ਨਹੀਂ ਰਹਿਣ ਦਿੰਦਾ। ਮਨੁੱਖ ਉਹੀ ਕਰਦਾ ਹੈ ਜੋ ਜਾਦੂ ਟੂਣੇ ਵਾਲੇ ਕਹਿੰਦੇ ਹਨ। ਭਰਾ ਨੇ ਮੇਰੇ ਤੋਂ ਮਾਫੀ ਮੰਗੀ ਸੀ। ਮੈਂ ਆਪਣੇ ਭਰਾ ਨੂੰ ਮਾਫ ਕਰ ਦਿੱਤਾ ਸੀ ਕਿਉਂਕਿ ਉਹ ਬੇਕਸੂਰ ਸੀ ਅਤੇ ਉਸ ਦਾ ਕੋਈ ਕਸੂਰ ਨਹੀਂ ਸੀ। ਜਿਸ ਨੇ ਸਾਨੂੰ ਤਬਾਹ ਕੀਤਾ ਉਹ ਮੇਰੀ ਮਾਮੀ ਅਤੇ ਉਸ ਦੀ ਭਤੀਜੀ ਸੀ। ਅਤੇ ਫਿਰ ਕੁਝ ਸਮੇਂ ਬਾਅਦ ਰੂਪਾਂ ਦਾ ਐਕਸੀਡੈਂਟ ਹੋ ਗਿਆ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਰੂਪਾਂ ਦੇ ਗਮ ਕਾਰਨ ਮਾਮੀ ਪਾਗਲ ਹੋ ਗਈ ਅਤੇ ਮਾਮੇ ਦਾ ਕਾਰੋਬਾਰ ਵੀ ਫੇਲ ਹੋ ਗਿਆ। ਇਉਂ ਜਾਪਦਾ ਹੈ ਜਿਵੇਂ ਕੱਲ ਦੀ ਗੱਲ ਹੈ। ਜਿੱਥੇ ਮੇਰੇ ਪਿਤਾ ਜੀ ਨੇ ਮੇਰੇ ਭਰਾ ਦਾ ਰਿਸ਼ਤਾ ਤੈਅ ਕੀਤਾ ਸੀ, ਉਹ ਅਜੇ ਵੀ ਆਪਣੀ ਧੀ ਦਾ ਵਿਆਹ ਮੇਰੇ ਭਰਾ ਨਾਲ ਕਰਨ ਲਈ ਤਿਆਰ ਸਨ ਕਿਉਂਕਿ ਉਹਨਾਂ ਦੀ ਧੀ ਪ੍ਰੀਤੀ ਮੇਰੇ ਭਰਾ ਰਾਹੁਲ ਨੂੰ ਪਿਆਰ ਕਰਦੀ ਸੀ ਅਤੇ ਉਸਨੇ ਕਿਤੇ ਹੋਰ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਪ੍ਰੀਤੀ ਰਾਹੁਲ ਭਰਾ ਦੀ ਦੀਵਾਨੀ ਸੀ ਅਤੇ ਉਹ ਅਜੇ ਵੀ ਰਾਹੁਲ ਭਰਾ ਨਾਲ ਵਿਆਹ ਕਰਨ ਲਈ ਤਿਆਰ ਸੀ। ਮੇਰੀ ਮਾਸੀ ਨੇ ਮੇਰੇ ਭਰਾ ਦਾ ਵਿਆਹ ਉੱਥੇ ਹੀ ਕਰਵਾ ਦਿੱਤਾ। ਮੇਰੀ ਪ੍ਰੀਤੀ ਭਾਬੀ ਬਹੁਤ ਚੰਗੀ ਹੈ। ਫਿਰ ਕੁਝ ਦਿਨਾਂ ਬਾਅਦ ਮੇਰੀ ਮਾਸੀ ਨੇ ਵੀ ਮੇਰਾ ਵਿਆਹ ਕਰ ਦਿੱਤਾ ਅਤੇ ਮੈਨੂੰ ਆਪਣੇ ਘਰ ਲੈ ਗਈ। ਇੱਥੇ ਵੀ ਸਾਰੇ ਬਹੁਤ ਚੰਗੇ ਸਨ। ਮੇਰੇ ਪਤੀ ਨੇ ਮੇਰਾ ਬਹੁਤ ਖਿਆਲ ਰੱਖਿਆ। ਮਾਮੀ ਹੁਣ ਪਾਗਲ ਹੋ ਗਈ ਹੈ ਅਤੇ ਗਲੀਆਂ ਵਿੱਚ ਇੱਧਰ ਉੱਧਰ ਭਟਕਦੀ ਰਹਿੰਦੀ ਹੈ ਅਤੇ ਮਾਮਾ ਮੰਜੇ ਤੇ ਪਿਆ ਰਹਿੰਦਾ ਹੈ। ਉਹਨਾਂ ਨੂੰ ਆਪਣੇ ਕੀਤੇ ਦੀ ਸਜ਼ਾ ਮਿਲੀ ਹੈ। ਅੰਤ ਵਿੱਚ ਮੇਰਾ ਇਹੀ ਕਹਿਣਾ ਹੈ ਕਿ ਅਜਿਹਾ ਗਲਤ ਕੰਮ ਕਰਦੇ ਹੋਏ ਇਨਸਾਨ ਇਹ ਕਿਉਂ ਭੁੱਲ ਜਾਂਦਾ ਹੈ ਕਿ ਉਹ ਜੋ ਵੀ ਕਰ ਰਿਹਾ ਹੈ ਉਹ ਉਸ ਕੋਲ ਵਾਪਸ ਆਵੇਗਾ। ਜੋ ਬੀਜਿਆ ਜਾਂਦਾ ਹੈ ਉਹ ਵੱਢਿਆ ਜਾਂਦਾ ਹੈ। ਤੁਸੀਂ ਕੰਡਿਆਂ ਨੂੰ ਬੀਜ ਕੇ ਫਲ ਦੀ ਉਮੀਦ ਕਿਵੇਂ ਕਰ ਸਕਦੇ ਹੋ? ਦੋਸਤੋ, ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ। ਧੰਨਵਾਦ।